गौड़ी बैरागण एक ओंकार सतगुर प्रसाद। सतयुग सत तेता जगी द्वापर पूजा चार। तीनों जुग तीनों दिड़ै कल केवल नाम आधार। पार कैसे पाए बोरे मोसो को ना कह समझाए। जाते आवागमन बिलाए रहो। बहुविध धर्म निरूपिय करता दिसै सब कुलोए। कवन कर्म ते छुटिय जैसा दे सब सिद्ध होए। कर्म अकर्म विचारिय शंका सुन वेद पुराण। संसार सद हृदय वसै कौन हिरे अभिमान। बाहरी उदक पखारिय घट पीतर विविध विकार। शुद्ध कवन पर होए वो सब कुंचर विद व्यवहार। रव प्रगास रजनी जथा गत जान सब संसार। पार समानो ताबो छुए कनक होत नहीं वार। परम परस गुर भेटिय पूर्व लिखत लिलाड। उन मन 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 ही मिलै छुटकत बजर कपाट। भगत जुगत मत सत करी परम बंधन काट विकार। सोई बस रस मन मिले गुण निर्गुण एक विचार। अनक यतन निग्रह किए टारी न टरे परम फास। प्रेम भगत नहीं उपजै ताते रविदास उदास। मैं तान दीवान तू है मेरे स्वामी। मैं तुद आगी अरदास। मैं और थाओ नाही जिस पै करूं बेनंती। मेरा दुख सुख तुझ ही पास। मेरा दुख सुख तुझ ही पास। मेरा दुख सुख तुझ ही पास। ज़हरा ज़हूर हाजरा हजूर सर्व कला भरपूर समर्थ गुरु। लोक परलोक दे रखियक भगत वशल ज्ञान दे सागर। गुरुआं भगतां भट्टां सिखां दी इलाही बाणी गुरु जोत। धन धन श्री गुरु ग्रंथ साहिब महाराज जी की पावन पवित्र गोद हजूरी दे विच गुरु शब्द दे नाल जुड़ बैठी जुड़ रही साध संगत जी। धनता दे योग वड भागे हो। गुरु साहब ने मेहर की है जीवन के बच्चे सवास लेखे विच लाउण दा समा बख्शिया। गुरु दे कोल जाके बह जाइए, गुरु नूं मत्था टेक लईए, गुरु की बाणी सुन लईए। कोई किधर ये ना समझे भी समा लेखे विच लग गया, सवास लेखे विच लग गए। बड़ी बार श्रवण कीता। मन कर कबू ना हर गुण गाए। जे भावना करके मन करके इंसान झुकिया नहीं, जे मन करके बाणी पढ़ी नहीं, सुनाई नहीं, सुनी नहीं, जे अंदर प्रेम शरधा अंदर रखी नहीं, तो फिर
ਉਹ ਜਿਹੜੀ ਚੀਜ਼ ਅਸੀਂ ਕੀਤੀ ਹੁੰਦੀ ਹੈ ਉਹ ਕਿਸੇ ਕੰਮ ਨਹੀਂ ਆਉਂਦੀ। ਇੱਕ ਉਹ ਬੱਚੇ ਹੁੰਦੇ ਨੇ ਜਿਹੜੇ ਸਾਲ ਬਾਅਦ ਪੜ੍ਹ ਕੇ ਤੇ ਫਸਟ ਸਰਟੀਫਿਕੇਟ ਲੈ ਕੇ ਆਉਂਦੇ ਨੇ, ਕਈਆਂ ਨੂੰ ਵਜ਼ੀਫਾ ਵੀ ਲੱਗ ਜਾਂਦਾ। ਕਈ ਉਸੇ ਸਕੂਲ ਵਿੱਚ ਪੜ੍ਹਦੇ ਨੇ, ਉਸੇ ਸਕੂਲ ਵਿੱਚ ਰੋਜ਼ ਜਾਂਦੇ ਨੇ ਬਾਕੀ ਬੱਚਿਆਂ ਦੀ ਤਰ੍ਹਾਂ, ਪਰ ਉਹ ਫੇਲ ਹੋ ਕੇ ਆ ਜਾਂਦੇ ਨੇ। ਕਈਆਂ ਦਾ 0 ਨੰਬਰ ਆ ਜਾਂਦਾ, ਕਈਆਂ ਦੇ 10 ਵੀ ਆ ਜਾਂਦੇ ਹਨ, ਉਹ ਵੀ ਨਹੀਂ ਪਾਸ ਹੁੰਦੇ। ਗਏ ਤੇ ਉਹ ਵੀ, ਬੈਠੇ ਤੇ ਉਹ ਵੀ, ਸੁਣਿਆ ਤੇ ਉਹਨਾਂ ਨੇ ਵੀ, ਕਾਪੀਆਂ ਉਹਨਾਂ ਨੇ ਵੀ ਖੋਲ੍ਹੀਆਂ, ਕਿਤਾਬਾਂ ਉਹਨਾਂ ਨੇ ਵੀ ਖੋਲ੍ਹੀਆਂ, ਫੀਸ ਉਹਨਾਂ ਨੇ ਵੀ ਦਿੱਤੀ, ਉਹਨਾਂ ਨੂੰ ਵੀ ਸਕੂਲ ਮਾਂ ਬਾਪ ਨੇ ਭੇਜਿਆ, ਪਰ ਉਹਨਾਂ ਦੀ ਕਲਾਸ ਜਿਹੜੀ ਹੈ ਉਹ ਦੂਜੀ ਕਲਾਸ ਪਹਿਲੀ ਤੋਂ ਦੂਜੀ ਹੋਈ ਨਹੀਂ। ਕਿਉਂ ਨਹੀਂ ਹੋਈ? ਕਿਉਂਕਿ ਉਹ ਪਾਸ ਨਹੀਂ ਹੋਏ। ਉਹ ਪਾਸ ਨਹੀਂ ਹੋਏ। ਜਿਹੜੇ ਪਾਸ ਹੁੰਦੇ ਨੇ ਇਹਦਾ ਮਤਲਬ ਉਹੀ ਅੱਗੇ ਜਾਂਦੇ ਨੇ, ਉਹੀ ਪ੍ਰਵਾਨ ਹੁੰਦੇ ਹਨ। ਜਿਹੜੇ ਪਾਸ ਨਹੀਂ ਹੁੰਦੇ ਉਹ ਜਿੱਥੇ ਪਹਿਲਾਂ ਸੀ ਉਹ ਉੱਥੇ ਹੀ ਰਹਿ ਜਾਂਦੇ ਹਨ। ਸੋ ਗੱਲ ਹੈ ਸਾਡੀ, ਅਸੀਂ ਪਾਸ ਕਿਵੇਂ ਹੋਣਾ, ਅਸੀਂ ਗੁਰੂ ਦੇ ਦਰ 'ਤੇ ਪ੍ਰਵਾਨ ਕਿਵੇਂ ਹੋਣਾ। ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਾਹ ਪੈਂਦਾ ਜਾਏ ਸੀ। ਜੋ ਮਾਲਕ ਕਹਿੰਦਾ ਉਹ ਕਰਨਾ ਪਏਗਾ, ਜੋ ਗੁਰੂ ਪੜ੍ਹਾਉਂਦਾ ਉਹ ਪੜ੍ਹਨਾ ਪਏਗਾ, ਜੋ ਗੁਰੂ ਸਿਖਾਉਂਦਾ ਉਹ ਸਿੱਖਣਾ ਪਏਗਾ, ਜੋ ਗੁਰੂ ਮੰਨਣ ਨੂੰ ਕਹਿੰਦਾ ਉਹ ਮੰਨਣਾ ਪਏਗਾ। ਜੇ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਮੈਂ ਜਾਂ ਤੁਸੀਂ ਕੋਈ ਵੀ ਨਾ ਕਰਾਂਗੇ ਤੇ ਫਿਰ ਉਹ ਫਲ, ਉਹ ਕਿਰਪਾ, ਉਹ ਹਾਜ਼ਰੀ ਜਿਹੜੀ ਹੈ ਉਹ ਨਹੀਂ ਲੱਗੇਗੀ। ਸੋ ਸਤਿਗੁਰ ਦੀ ਜੇ ਕੋਈ ਬਾਣੀ ਪੜ੍ਹੇ ਤੇ ਬਾਣੀ ਵੀ, ਤੇ ਜੇ ਕੋਈ ਸਤਿਗੁਰ ਦੀ ਸੇਵਾ ਕਰੇ ਤੇ ਸੇਵਾ ਵੀ। ਬਾਣੀ ਵਿੱਚ ਬੜੀ ਵਾਰ ਪੜ੍ਹਿਆ ਵੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਤੇ ਜੋ ਸ਼ਰਧਾ ਕਰ ਸੇਵਦੇ, ਜੋ ਸ਼ਰਧਾ ਦੇ ਨਾਲ ਪੜ੍ਹਦੇ ਨੇ, ਸ਼ਰਧਾ ਨਾਲ ਜਪਾਉਂਦੇ ਨੇ, ਜਪਦੇ ਨੇ, ਉਹਨਾਂ ਦਾ ਹੀ ਪਾਰ ਉਤਾਰਾ ਹੁੰਦਾ ਹੈ। ਬਾਕੀ ਜਿਹੜੇ ਨੇ ਉਹ ਰਾਹ ਦੇ ਵਿੱਚ ਹੀ ਫਸੇ ਰਹਿੰਦੇ ਹਨ, ਅੱਗੇ ਨਹੀਂ ਜਾ ਸਕਦੇ ਜੀ। ਇਸ ਲਈ ਸਾਡੇ ਅੰਦਰ ਗੁਰੂ ਪ੍ਰਤੀ ਬਹੁਤ ਜ਼ਿਆਦਾ ਸ਼ਰਧਾ ਹੋਣੀ ਚਾਹੀਦੀ ਹੈ, ਬੜਾ ਤਕੜਾ ਸਾਡਾ ਜਿਗਰਾ ਹੋਣਾ ਚਾਹੀਦਾ, ਭਰੋਸਾ ਹੋਣਾ ਚਾਹੀਦਾ, ਅਤੇ ਫਿਰ ਜਾ ਕੇ ਅਸੀਂ ਗੁਰੂ ਦੇ ਦਰ 'ਤੇ ਪ੍ਰਵਾਨ ਹੋ ਸਕਦੇ ਹਾਂ। ਫਿਰ ਸਾਡਾ ਜਿਹੜਾ ਆਉਣਾ, ਬੈਠਣਾ, ਸੁਣਨਾ ਸਫਲ ਹੋ ਸਕਦਾ ਹੈ। ਸੋ ਆਓ ਮਹਾਰਾਜ ਜੀ ਮਿਹਰ ਕਰਨ, ਦਇਆ ਕਰਨ। ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ। ਗੌੜੀ ਬੈਰਾਗਨ ਏਕ ਓਂਕਾਰ ਸਤਿਗੁਰ ਪ੍ਰਸਾਦ। ਭਗਤ ਰਵਿਦਾਸ ਜੀ ਦੀ ਬਾਣੀ ਚੱਲ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਹੈ 346। ਏਕ ਓਂਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਜੀ ਦੀ ਕਿਰਪਾ ਨਾਲ ਮਿਲਦਾ। ਭਗਤ ਰਵਿਦਾਸ ਮਹਾਰਾਜ ਜੀ ਚਾਰੇ ਯੁੱਗਾਂ ਦੀ ਗੱਲ ਕਰ ਰਹੇ ਨੇ। ਕਹਿੰਦੇ ਸਤਿਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੇ, ਤਿੰਨੋਂ ਦਿੜੈ ਕਲ ਕੇਵਲ ਨਾਮ ਆਧਾਰ। ਵੀ ਸਤਿਯੁਗ ਵਿੱਚ ਕੀ ਸੀ, ਤੇ ਤ੍ਰੇਤੇ ਵਿੱਚ ਕੀ ਸੀ, ਦੁਆਪਰ ਵਿੱਚ ਕੀ ਸੀ, ਅਤੇ ਕਲਯੁਗ ਵਿੱਚ ਕੀ ਹੈ, ਕਿਵੇਂ ਕਿਸੇ ਦਾ ਪਾਰ ਉਤਾਰਾ ਹੋ ਸਕਦਾ। ਭਗਤ ਰਵਿਦਾਸ ਜੀ ਕਹਿੰਦੇ ਨੇ ਵੀ ਸਤਿਯੁਗ ਦੇ ਵਿੱਚ ਜਿਹੜਾ ਸੀ ਇਹ ਪੰਡਤ ਦੇ ਨਾਲ ਗੱਲਾਂ ਕਰਨ ਲੱਗੇ ਨੇ, ਪੰਡਤ ਦੇ ਨਾਲ ਵਿਚਾਰ ਕਰਨ ਲੱਗੇ ਨੇ। ਕਹਿੰਦੇ ਬਈ ਕਿਉਂਕਿ ਪੰਡਤ ਲੋਕ ਜਿਹੜੇ ਨੇ ਉਹ ਪੂਜਾ ਕਰਦੇ ਨੇ ਦੇਵੀ ਦੇਵਤਿਆਂ ਦੀ, ਇਹ ਕਈ ਚੀਜ਼ਾਂ ਕਰਦੇ ਹਨ, ਕਰਮਕਾਂਡ ਵੀ ਕਰ ਦਿੰਦੇ ਹਨ। ਸੋ ਉਹਨਾਂ ਨੂੰ ਦੱਸਦੇ ਨੇ, ਕਹਿੰਦੇ ਦੇਖੋ ਪੰਡਤ ਜੀ, ਹਰ ਇੱਕ ਯੁੱਗ ਦੇ ਵਿੱਚ ਆਪਣਾ ਆਪਣਾ ਕਰਮ ਪ੍ਰਧਾਨ ਹੈ। ਸਤਿਯੁਗ ਦੇ ਵਿੱਚ ਜਿਹੜਾ ਦਾਨ ਸੀ ਉਹ ਪ੍ਰਧਾਨ ਸੀ, ਅਤੇ ਤ੍ਰੇਤੇ ਯੁੱਗ ਦੇ ਵਿੱਚ ਜੱਗਾਂ ਦਾ ਜ਼ੋਰ ਸੀ, ਬੜੇ ਜੱਗ ਕੀਤੇ ਜਾਂਦੇ ਸਨ, ਅਤੇ ਦੁਆਪਰ ਦੇ ਵਿੱਚ ਦੇਵੀ ਦੇਵਤਿਆਂ ਦੀ ਬਹੁਤ ਜ਼ਿਆਦਾ ਪੂਜਾ ਕੀਤੀ ਜਾਂਦੀ ਸੀ। ਸਤਿਯੁਗ ਵਿੱਚ ਦਾਨ ਪੁੰਨ ਇਹਨੂੰ ਪ੍ਰਧਾਨਤਾ ਮਿਲੀ ਸੀ, ਔਰ ਤ੍ਰੇਤੇ ਦੇ ਵਿੱਚ ਜਿਹੜਾ ਸੀ ਉਹ ਜੱਗ ਕੀਤੇ ਜਾਂਦੇ ਸੀ, ਅਸਮੇਧ ਜੱਗ ਕੀਤਾ ਜਾਂਦਾ ਸੀ। ਅਤੇ ਦੁਆਪਰ ਦੇ ਵਿੱਚ ਕਹਿੰਦੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ। ਜਿਹੜਾ ਕਲਯੁੱਗ ਹੈ ਇਹਦੇ ਵਿੱਚ ਕੀ ਹੈ, ਸਤਿਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੋਂ ਦਿੜ। ਇਹ ਸਾਰੇ ਯੁੱਗ ਇਹ
ਦ੍ਰਿੜ ਕਰਵਾ ਰਹੇ ਹਨ। ਤਿੰਨੋਂ ਯੁੱਗ ਤਿੰਨੋਂ ਦ੍ਰਿੜ ਹੈ। ਕੱਲ ਦਾ ਕਲਯੁੱਗ ਦੇ ਵਿੱਚ ਕੀ ਕਿਹਾ ਬਾਣੀ ਵਿੱਚ? ਕਲ ਕੇਵਲ ਨਾਮ ਉਧਾਰ। ਕਲਯੁੱਗ ਦੇ ਵਿੱਚ ਕੇਵਲ ਨਾਮ ਦੀ ਮਹਿਮਾ ਜਿਹੜੀ ਹੈ ਉਹ ਦੱਸੀ ਗਈ ਹੈ ਵੀ ਨਾਮ ਦੇ ਨਾਲ ਜੁੜਨਾ। ਨਾਨਕ ਕੇ ਘਰ ਕੇਵਲ ਨਾਮ। ਬੜੀ ਵਾਰ ਬਾਣੀ ਵਿੱਚ ਬਹੁਤ ਸੈਂਕੜੇ ਹਜ਼ਾਰਾਂ ਪੰਕਤੀਆਂ ਨੇ। ਸਿਮਰ 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 ਨਾਮ ਜੀਵਾਂ, ਸਿਮਰੋ ਸਿਮਰ ਸਿਮਰ ਸੁਖ ਪਾਓ, ਬਾਰੰਬਾਰ ਬਾਰ ਪ੍ਰਭ ਜਪੀਐ, ਰਾਮ ਸਿਮਰ ਪਛਤਾਹੇਗਾ ਮਨ। ਬੜੀਆਂ ਪੰਕਤੀਆਂ, ਬਹੁਤ ਜ਼ਿਆਦਾ। ਇਸ ਲਈ ਕਲਯੁੱਗ ਦੇ ਵਿੱਚ ਕਹਿੰਦੇ ਨਾਮ ਦੇ ਨਾਲ ਜੁੜਨ ਨੂੰ ਕਿਹਾ ਗਿਆ, ਕਿਉਂਕਿ ਜਿਹੜਾ ਨਾਮ ਹੈ, ਨਾਮ ਬਹੁਤ ਵੱਡਾ ਗਿਆਨ ਹੈ। ਨਾਮ ਬਹੁਤ ਵੱਡਾ ਗਿਆਨ ਹੈ। ਇੱਥੇ ਇਹ ਨਾ ਕੋਈ ਸਮਝ ਲੈ ਵੀ ਅਸੀਂ ਦਾਨ ਪੁੰਨ ਨਹੀਂ ਕਰਨਾ, ਅਸੀਂ ਪੂਜਾ ਅਰਚਨਾ ਨਹੀਂ ਕਰਨੀ, ਇਹ ਨਹੀਂ ਹੈ। ਆਪਣੇ ਆਪਣੇ ਯੁੱਗ ਦੀ ਮਹਾਨਤਾ ਦੱਸੀ ਹੈ। ਕਲ ਕੇਵਲ ਨਾਮ ਆਧਾਰ, ਅਬ ਕਲੂ ਆਇਓ ਰੇ। ਇੱਕ ਹੋਰ ਪੰਕਤੀ ਬਾਣੀ ਦੀ, ਅਬ ਕਲੂ ਆਇਓ ਰੇ। ਕਲੂ ਦਾ ਮਤਲਬ ਹੁਣ ਕਲਯੁੱਗ ਆ ਗਿਆ ਹੈ। ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ। ਇਸ ਕਲਯੁੱਗ ਦੇ ਵਿੱਚ ਕੋਈ ਲੰਮਾ ਸਮਾਂ ਉਮਰ ਨਹੀਂ ਦਿੱਤੀ ਗਈ। ਪਿਛਲੇ ਯੁੱਗਾਂ ਦੇ ਵਿੱਚ ਲੰਬੀ ਉਮਰ ਹੁੰਦੀ ਸੀ, ਕਈ ਸਾਲ, ਕਈ 100 ਸਾਲ, ਕਈ 1000 ਸਾਲ ਵੀ ਲੱਗ ਜਾਂਦੇ ਸਨ। ਪਰ ਕਲਯੁੱਗ ਦੇ ਵਿੱਚ ਬਹੁਤ ਛੋਟੀ ਜਿਹੀ ਉਮਰ ਹੈ। ਥੋੜ੍ਹੀ ਉਮਰ ਦੇ ਵਿੱਚ ਜੋ ਕੁਝ ਲੈਣਾ ਦੇਣਾ ਥੋੜ੍ਹੇ ਚਿਰ ਦੇ ਵਿੱਚ ਹੀ ਹੋ ਜਾਂਦਾ। ਥੋੜ੍ਹੇ ਸਮੇਂ ਦੇ ਵਿੱਚ ਹਿਸਾਬ ਕਿਤਾਬ ਜਿਹੜਾ ਹੈ ਉਹ ਬਰਾਬਰ ਹੋ ਜਾਂਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਇਹ ਥੋੜ੍ਹੀ ਉਮਰ ਦੇ ਵਿੱਚ ਹੀ ਤੂੰ ਆਪਣੇ ਲੇਖੇ ਨੂੰ ਪੜਾ ਸਕਦਾ, ਮਤਲਬ ਖ਼ਤਮ ਕਰ ਸਕਦਾ। ਤੂੰ ਇਸ ਥੋੜ੍ਹੀ ਜ਼ਿੰਦਗੀ ਦੇ ਵਿੱਚ ਹੀ ਤੂੰ ਸੱਚਖੰਡ ਦੇਖ ਸਕਦਾ, ਸੱਚਖੰਡ ਪ੍ਰਾਪਤ ਕਰ ਸਕਦਾ। ਤੈਨੂੰ 100 ਸਾਲ ਚੌਂਕੜਾ ਮਾਰਨ ਦੀ ਜ਼ਰੂਰਤ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨਹੀਂ ਲਿਖਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਲਿਖਿਆ, ਕਿਨਕਾ ਏਕ ਜਿਸ ਜੀਵ ਵਸਾਵੈ ਤਾਕੀ ਮਹਿਮਾ ਗਣੀ ਨਾ ਆਵੈ। ਗੁਰੂ ਨੂੰ ਪਤਾ ਵੀ ਕਲਯੁੱਗ ਦੇ ਵਿੱਚ ਲੋਕਾਂ ਦੀ ਉਮਰ ਬਹੁਤ ਘੱਟ ਹੈ, ਇਹਨਾਂ ਕੋਲ ਇੰਨੇ ਲੰਮੇ ਸਮੇਂ ਤੱਕ ਬੈਠਿਆ ਵੀ ਨਹੀਂ ਜਾਣਾ। ਇਸ ਕਰਕੇ ਉਹਨਾਂ ਨੇ ਕਿਹਾ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵੀ ਤੂੰ ਥੋੜ੍ਹਾ ਵੀ ਮਨ ਕਰਕੇ ਪੜ੍ਹ ਲਏਗਾ, ਜਪ ਲਏਗਾ ਤਾਂ ਤੇਰਾ ਉਹ ਵੀ ਪ੍ਰਵਾਨ ਹੋ ਜਾਏਗਾ। ਪਰ ਇਸ ਨੂੰ ਬਾਰੰਬਾਰ ਬਾਰ ਪ੍ਰਭ ਜਪੀਐ, ਇਸ ਨੂੰ ਬਾਰ-ਬਾਰ ਜਪਣਾ ਪਏਗਾ। ਅਤੇ ਬਾਰ-ਬਾਰ ਜਪਣ ਦੇ ਨਾਲ ਹੀ ਉਸ ਚੀਜ਼ ਦਾ ਅਸਰ ਹੋਏਗਾ। ਛੇਤੀ ਹੋ ਜਾਏਗਾ, ਛੇਤੀ ਹੋ ਜਾਏਗਾ। ਬਾਰ-ਬਾਰ ਜਪਣ ਦੇ ਨਾਲ ਅਸਰ ਬਹੁਤ ਛੇਤੀ ਹੋਵੇਗਾ। ਜਿਵੇਂ ਇੱਕ ਕੋਈ ਪੱਥਰ ਹੈ, ਕੋਈ ਇੱਟ ਹੈ, ਉਹਦੇ 'ਤੇ ਕੋਈ ਥੋੜਾ ਮਾਰੇ, ਇੱਕ ਥੋੜਾ ਮਾਰੇ, ਕਈ ਵਾਰ ਨਹੀਂ ਟੁੱਟਦਾ। ਜੇ ਵਾਰ-ਵਾਰ 2 4 5 10 ਮਾਰ ਦੇਵੇ ਤਾਂ ਫਿਰ ਉਹ ਕੁਝ ਸਕਿੰਟਾਂ ਦੇ ਵਿੱਚ ਹੀ ਟੁੱਟ ਜਾਂਦਾ। ਅਤੇ ਜੇ ਕੋਈ ਇੱਕ ਥੋੜਾ ਮਾਰ ਕੇ ਹਟ ਜਾਵੇ ਵੀ ਮੈਂ ਹੁਣ ਨਹੀਂ ਮਾਰਨਾ, ਹੁਣ ਤਾਂ ਇਹਨੇ ਟੁੱਟਣਾ ਨਹੀਂ, ਹੋ ਸਕਦਾ ਉਹ 10 ਸੱਟਾਂ ਦੇ ਨਾਲ ਟੁੱਟਣਾ ਹੋਵੇ। ਹੋ ਸਕਦਾ ਕਿਸੇ ਨੇ 9 ਸੱਟਾਂ ਮਾਰਤੀਆਂ ਹੋਣ, 10ਵੀਂ ਦੇ ਨਾਲ ਟੁੱਟਣਾ ਹੋਵੇ ਅਤੇ ਬੰਦਾ ਕਹੇ ਛੱਡੋ ਪਰਾਂ, ਹੁਣ ਥੋੜਾ ਕੀ ਮਾਰਨਾ। ਹੋ ਸਕਦਾ ਸਾਡਾ ਜਿਹੜਾ ਕੰਮ ਬਣਨ ਵਾਲਾ ਹੋਵੇ ਕੋਈ ਇੱਕ ਦਿਨ ਨਹੀਂ ਰਹਿੰਦਾ ਹੋਵੇ। ਗੁਰੂ ਦੀ ਸੇਵਾ ਦੇ ਵਿੱਚ ਇਨਸਾਨ ਕਹਿ ਦੇਵੇ ਵੀ ਬੜਾ ਚਿਰ ਹੋ ਗਿਆ, ਛੱਡੋ ਪਰਾਂ, ਮੇਰਾ ਤਾਂ ਕੰਮ ਬਣਨਾ ਨਹੀਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਬਸ ਇਹੀ ਚੀਜ਼ ਪਰਖੀ ਜਾਂਦੀ ਹੈ। ਜਿੱਦਣ ਇਹ ਕਹਿ ਦਿੰਦਾ ਹੈ ਮੇਰਾ ਕੁਝ ਬਣੇ ਚਾਹੇ ਨਾ ਬਣੇ, ਮੇਰਾ ਕੁਝ ਸਵਰੇ ਚਾਹੇ ਨਾ ਸਵਰੇ, ਮੈਨੂੰ ਕੁਝ ਮਿਲੇ ਚਾਹੇ ਨਾ ਮਿਲੇ, ਮੈਂ ਇਸ ਦਰ 'ਤੇ ਆਉਂਦਾ ਹੀ ਰਹਿਣਾ, ਮੈਂ ਇਸ ਦਰ 'ਤੇ ਨਤਮਸਤਕ ਹੁੰਦਾ ਹੀ ਰਹਿਣਾ। ਫਿਰ ਗੁਰੂ ਜਿਹੜਾ, ਫਿਰ ਗੁਰੂ ਨੂੰ ਪਤਾ ਲੱਗ ਜਾਂਦਾ ਵੀ ਇਸ ਨੇ ਨਹੀਂ ਹਟਣਾ, ਇਹਦਾ ਪਰਚਾ ਪੇਪਰ ਪਾਸ ਹੋ ਗਿਆ। ਫਿਰ ਗੁਰੂ ਬਹੁਤ ਛੇਤੀ ਜਿਹੜੀ ਹੈ ਉਹ ਬਖਸ਼ਿਸ਼ ਕਰ ਦਿੰਦਾ। ਧਿਆਨ ਦੇਣਾ, ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਕਈ ਸਾਲ ਪਹਿਲਾਂ ਸਿੱਖ ਸੇਵਾ ਕਰਦੇ ਰਹੇ ਸਨ। ਭਾਈ ਲਹਿਣਾ ਜੀ ਸਭ ਤੋਂ ਪਿੱਛੋਂ ਆਏ, ਥੋੜ੍ਹਾ ਚਿਰ ਹੀ ਸੇਵਾ ਕਰਕੇ ਉਹਨਾਂ ਨੇ ਸਾਰਾ ਕੁਝ ਪ੍ਰਾਪਤ ਕਰ ਲਿਆ। ਜਿਹੜੇ ਚਿਰਾਂ ਤੋਂ ਦੇਖੋ ਬਾਬਾ ਬੁੱਢਾ ਸਾਹਿਬ ਵੀ ਜਾਂ ਹੋਰ ਵੀ ਬੜੇ ਸਿੱਖ ਸਨ, ਉਹ ਬੜੇ ਚਿਰ ਤੋਂ ਸੇਵਾ ਕਰਦੇ ਪਏ ਸਨ। ਇਹ ਵੀ ਨਹੀਂ ਕਹਿ ਸਕਦੇ ਉਹਨਾਂ ਨੂੰ ਕੁਛ ਮਿਲਿਆ ਨਹੀਂ, ਉਹਨਾਂ ਨੂੰ ਵੀ ਬਹੁਤ ਕੁਛ ਮਿਲਿਆ। ਪਰ ਜੋ ਗੁਰੂ ਅੰਗਦ ਦੇ ਪਾਤਸ਼ਾਹ ਦੇ ਰੂਪ ਦੇ ਵਿੱਚ ਜਾਂ ਜੋ ਉਹਨਾਂ ਨੂੰ ਗੁਰੂ ਨਾਨਕ ਮਹਾਰਾਜ ਜੀ ਕੋ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਗੁਰੂ ਅੰਗਦ ਦੇ ਪਾਤਸ਼ਾਹ ਜੀ ਬਣੇ ਮਿਲਿਆ, ਉਹ ਜਿਹੜਾ ਉਹ ਹੋਰ ਕਿਸੇ ਨੂੰ ਨਹੀਂ ਮਿਲਿਆ। ਇਹਦਾ ਮਤਲਬ
ਉਹਨਾਂ ਦੀ ਥੋੜ੍ਹੀ ਜਿਹੀ ਕੀਤੀ ਸੇਵਾ ਜਾਂ ਥੋੜ੍ਹੀ ਵੀ ਭਗਤੀ ਨਾਮ ਸਿਮਰਨ ਜਿਹੜਾ ਉਹ ਪ੍ਰਵਾਨ ਹੋ ਗਿਆ, ਪਰ ਉਹਨਾਂ ਨੇ ਮਨ ਕਰਕੇ ਕੀਤਾ। ਉਹਨਾਂ ਨੇ ਜਿੰਨੀ ਵੀ ਸੇਵਾ ਕੀਤੀ ਹੈ ਅੰਦਰੋਂ ਕੀਤੀ ਹੈ, ਉਹਨਾਂ ਨੇ ਚਾਅ ਦੇ ਨਾਲ ਕੀਤੀ ਹੈ, ਉਹਨਾਂ ਨੇ ਪ੍ਰੇਮ ਦੇ ਨਾਲ ਕੀਤੀ ਹੈ। ਉਹਨਾਂ ਨੇ ਗੁਰੂ ਨਾਨਕ ਮਹਾਰਾਜ ਜੀ ਨੂੰ ਨਿਰੰਕਾਰ ਸਮਝਿਆ ਸੱਚਮੁੱਚ। ਉਹਨਾਂ ਨੇ ਜਿੰਨਾ ਵੀ ਜਪਿਆ ਬੜੇ ਭੈ ਤੇ ਭਾਉ ਦੇ ਵਿੱਚ ਜਪਿਆ। ਇਸ ਕਰਕੇ ਜਿਹੜਾ ਡਰ ਦੇ ਨਾਲ, ਰੱਬ ਦੇ ਡਰ ਨਾਲ, ਹੋਰ ਕਿਸੇ ਇਨਸਾਨ ਦੇ ਡਰ ਨਾਲ ਨਹੀਂ, ਜਿਹੜਾ ਰੱਬ ਦੇ ਭੈ ਦੇ ਨਾਲ, ਭਾਉ ਦੇ ਨਾਲ ਨਾਮ ਜਪਦਾ ਉਹ ਬਹੁਤ ਛੇਤੀ ਜਿਹੜਾ ਪ੍ਰਵਾਨ ਹੋ ਜਾਂਦਾ ਹੈ। ਜਦੋਂ ਕੋਈ ਪ੍ਰਵਾਨ ਹੋ ਜਾਂਦਾ ਫਿਰ ਉਸ ਨੂੰ ਸਾਰੀ ਤਾਕਤ ਖੁਦ ਨੂੰ ਮਿਲ ਜਾਂਦੀ ਹੈ। ਫਿਰ ਉਸ ਨੂੰ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ ਵੀ ਮੇਰਾ ਇਹ ਕੰਮ ਕਰੋ। ਧਿਆਨ ਦੇਣਾ, ਜਦੋਂ ਕੋਈ ਆਮ ਬੰਦਾ ਕੋਈ ਅਫਸਰ ਬਣ ਜਾਂਦਾ ਫਿਰ ਕਿਸੇ ਨੂੰ ਕਹਿਣ ਦੀ ਜ਼ਰੂਰਤ ਥੋੜ੍ਹੇ ਮੇਰਾ ਕੰਮ ਕਰੋ। ਉਹਦੇ 'ਤੇ ਸਭ ਕੁਝ ਆਪਣੇ ਅੰਡਰ ਆ ਜਾਂਦਾ, ਸਭ ਕੁਝ ਉਹਦੇ ਅਧੀਨ ਹੁੰਦਾ, ਉਹਨੂੰ ਕੀ ਕਹਿਣ ਦੀ ਜ਼ਰੂਰਤ ਹੈ। ਜਿਵੇਂ ਇੱਕ ਮਿਨਿਸਟਰ ਬਣ ਗਿਆ, ਜਿਵੇਂ ਇੱਕ ਮੁੱਖ ਮੰਤਰੀ ਬਣ ਗਿਆ, ਹੁਣ ਉਹਨੂੰ ਥੋੜ੍ਹਾ ਅਫਸਰਾਂ ਨੂੰ ਕਹਿਣ ਦੀ ਜ਼ਰੂਰਤ ਹੈ ਵੀ ਮੇਰਾ ਕੰਮ ਕਰੋ। ਪਹਿਲਾਂ ਉਹਨੂੰ ਕਹਿਣਾ ਪੈਂਦਾ ਸੀ ਜਦੋਂ ਉਹ ਨਹੀਂ ਬਣਿਆ ਸੀ, ਪਰ ਜਦੋਂ ਉਹ ਬਣ ਗਿਆ ਫਿਰ ਉਸ ਨੂੰ ਪੁੱਛ ਕੇ ਸਾਰੇ ਚੱਲਣ ਲੱਗ ਪਏ, ਫਿਰ ਉਸ ਦੇ ਹੁਕਮ ਦੀ ਉਡੀਕ ਕਰਨ ਲੱਗ ਪਏ, ਫਿਰ ਉਸ ਨੂੰ ਸਲੂਟ ਮਾਰਨ ਲੱਗ ਪਏ। ਸੋ ਕਹਿੰਦਾ ਭਾਵ ਵੀ ਕਲਯੁੱਗ ਦੇ ਵਿੱਚ ਕੇਵਲ ਨਾਮ ਦੀ ਮਹਿਮਾ ਹੈ। ਇਸ ਕਰਕੇ ਨਾਮ ਨਾਲ, ਸ਼ਬਦ ਨਾਲ, ਬਾਣੀ ਦੇ ਨਾਲ ਜੁੜਨਾ ਚਾਹੀਦਾ, ਕਿਉਂਕਿ ਬਾਣੀ ਗਿਆਨ ਹੈ, ਐਸਾ ਗਿਆਨ ਜਿਹੜਾ ਸਾਨੂੰ ਰਸਤਾ ਦਿਖਾਉਂਦਾ ਹੈ। ਪਾਰ ਕੈਸੇ ਪਾਇਵੋ ਰੇ। ਭਗਤ ਰਵਿਦਾਸ ਜੀ ਕਹਿੰਦੇ ਪੰਡਤ ਜੀ 4 ਯੁੱਗਾਂ ਦੇ ਜੋ ਕਰਮ ਹਨ ਉਹਦੇ ਵਿੱਚ ਇਨਸਾਨ ਜਿਹੜਾ ਫਸਿਆ ਹੋਇਆ ਸੋਚੀ ਜਾਂਦਾ, ਤੁਸੀਂ ਦੱਸੋ ਕਿਹੜੇ ਕਰਮ ਕਰੇਗਾ ਬੰਦਾ ਜਿਹਦੇ ਨਾਲ ਉਹਦਾ ਪਾਰ ਉਤਾਰਾ ਹੋਏਗਾ। ਪਾਰ ਕੈਸੇ ਪਾਇਬੋ ਰੇ। ਉਹਨਾਂ ਨੂੰ ਪਰਲਾ ਬੰਨਾ ਕਿਵੇਂ ਦਿਸੇਗਾ, ਉਹ ਇਸ ਸੰਸਾਰ ਸਾਗਰ ਨੂੰ ਕਿਵੇਂ ਪਾਰ ਕਰਨਗੇ, ਕਿਉਂਕਿ ਉਹ ਤੇ ਵਿਚਾਰੇ ਫਸੇ ਹੋਏ ਨੇ। ਆਹ ਕਰੀਏ, ਉਹ ਕਰੀਏ, ਉਹ ਕਰੀਏ, ਆਹ ਕਰੀਏ, ਕਿਉਂਕਿ ਉਹਨਾਂ ਨੂੰ ਧਰਮੀ ਲੋਕਾਂ ਨੇ ਬਹੁਤ ਜ਼ਿਆਦਾ ਕਨਫਿਊਜ਼ ਕੀਤਾ ਹੋਇਆ। ਕੋਈ ਕਹਿੰਦਾ ਇੰਝ ਕਰੋ, ਕੋਈ ਕਹਿੰਦਾ ਉਂਝ ਕਰੋ, ਕੋਈ ਕਹਿੰਦਾ ਆਹ ਕਰੋ, ਕੋਈ ਕਹਿੰਦਾ ਉਹ ਕਰੋ। ਰੱਬ ਮਿਲਣ ਦੇ ਤਰੀਕੇ ਜਿੰਨੀਆਂ ਜਗ੍ਹਾ 'ਤੇ ਜਾਓਗੇ ਅਲੱਗ-ਅਲੱਗ ਤਰੀਕੇ ਮਿਲਣਗੇ। ਸਾਡੇ ਕੋਲ ਕੋਈ ਆਏਗਾ, ਅਸੀਂ ਵੀ ਆਪਣਾ ਤਰੀਕਾ ਦੱਸਣਾ, ਪਰ ਜਿਹੜਾ ਤਰੀਕਾ ਸਹੀ ਹੈ, ਗੁਰਮਤਿ ਅਨੁਸਾਰ ਹੈ, ਜਿਹਦੇ ਵਿੱਚ ਕੋਈ ਦਲੀਲ ਹੈ, ਸਾਇੰਸ ਵੀ ਹੈ, ਔਰ ਉਸ ਤਰੀਕੇ ਨੂੰ ਸਾਨੂੰ ਅਪਣਾ ਲੈਣਾ ਚਾਹੀਦਾ ਹੈ। ਜਿਹੜੇ ਤਰੀਕੇ ਦੇ ਵਿੱਚ ਕੋਈ ਲੌਜਿਕ ਨਹੀਂ ਹੈ, ਕੋਈ ਅਰਥ ਨਹੀਂ ਨਿਕਲਦਾ, ਉਹ ਤਰੀਕੇ ਦੇ ਵਿੱਚ ਉਹ ਤਰੀਕਾ ਅਪਣਾਉਣਾ ਉਹ ਕੋਈ ਸਮਝਦਾਰੀ ਨਹੀਂ ਹੈ। ਸੋ ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਮੋਸੋ ਕੋ ਨਾ ਕਹੇ ਸਮਝਾਏ। ਕਹਿੰਦੇ ਮੈਨੂੰ ਕੋਈ ਵੀ ਦੱਸ ਨਹੀਂ ਸਕਿਆ ਇਸ ਚੀਜ਼ ਦਾ ਭੇਦ, ਇਹ ਕਰਮ ਕਾਂਡਾਂ ਦੇ ਬਾਰੇ ਮੈਨੂੰ ਕੋਈ ਤਸੱਲੀ ਨਹੀਂ ਕਰਵਾ ਸਕਿਆ ਵੀ ਇਹ ਕਰਮ ਕਾਂਡ ਕਰਕੇ ਮੈਂ ਪਰਮਾਤਮਾ ਤੱਕ ਪਹੁੰਚ ਸਕਦਾ ਹਾਂ ਜਾਂ ਕੌਣ ਪਹੁੰਚਿਆ, ਕਿਹਨੂੰ ਕਿਸੇ ਨੇ ਪਹੁੰਚਾਇਆ, ਕਿਹਨੂੰ ਕਿਸ ਨੇ ਪਹੁੰਚਾਇਆ, ਮੈਨੂੰ ਕੋਈ ਦੱਸ ਸਕਦਾ। ਮੋਸੋ ਕੋ ਨਾ ਕਹੇ ਸਮਝਾਏ। ਮੈਨੂੰ ਕਿਸੇ ਨੇ ਨਹੀਂ ਇਹ ਚੀਜ਼ ਦੱਸੀ ਵੀ ਇਸ ਤਰ੍ਹਾਂ ਕਿਸੇ ਦਾ ਪਾਰ ਉਤਾਰਾ ਹੋਇਆ। ਜਾਤੀ ਆਵਾਗਮਨ ਬਿਲਾਏ। ਸੋ ਜਿਸ ਦੀ ਕਿਰਪਾ ਨਾਲ, ਜਿਸ ਦੀ ਸਹਾਇਤਾ ਦੇ ਨਾਲ ਜਨਮ ਮਰਨ ਮੁੱਕ ਜਾਵੇ, ਮੈਨੂੰ ਇੱਦਾਂ ਦੀ ਕੋਈ ਚੀਜ਼ ਦੱਸੋ। ਬਹੁ ਵਿਧ ਧਰਮ ਨਿਰੂਪੀ ਹੈ, ਕਰਤਾ ਦਿਸੇ ਸਭ ਲੋਏ। ਕਹਿੰਦੇ ਧਰਮ ਸ਼ਾਸਤਰਾਂ ਦੇ ਅਨੁਸਾਰ ਦੱਸੇ ਹੋਏ ਹਰੇਕ ਆਸ਼ਰਮ ਦੇ ਵੱਖ-ਵੱਖ ਕਰਤੱਵ ਨੇ, ਵੱਖਰੀਆਂ ਵੱਖਰੀਆਂ ਹੱਦਾਂ ਨੇ। ਹਰ ਧਰਮ ਨੇ ਆਪਣੀ ਆਪਣੀ ਵੱਖਰੀ ਵੱਖਰੀ ਹੱਦ ਬਣਾਈ ਹੋਈ ਹੈ ਅਤੇ ਮਿੱਥੇ ਹੋਏ ਕਰਮ ਨੇ ਵੀ ਆਹ ਕਰਮ ਕਰਨਾ, ਆਹ ਕਰਨਾ, ਆਹ ਕਰਨਾ, ਆਹ ਕਰਨਾ। ਅਤੇ ਬੰਦਾ ਕਿਸ ਨੂੰ ਫੋਲੋ ਕਰੇ ਵੀ ਕਿਹੜੇ ਧਰਮ ਨੂੰ ਦੇਖ ਕੇ ਕਿਹੜਾ ਕੰਮ ਕਰੀਏ, ਕਿਹੜੀ ਚੀਜ਼ ਕਰੀਏ ਤਾਂ ਜੋ ਪ੍ਰਮਾਤਮਾ ਰੱਬ ਵਾਹਿਗੁਰੂ ਖੁਸ਼ ਹੋ ਜਾਏ। ਬਹੁਵਿਧ ਧਰਮ ਨਿਰੂਪੀਏ, ਕਰਤਾ ਦਿਸੇ ਸਭ ਲੋਏ। ਸਾਰਾ ਜਗਤ ਇਹੀ ਜਿਹੜੇ ਨੇ ਮਿੱਥੇ ਹੋਏ ਕਰਮ ਧਰਮ ਜਿਹੜਾ ਕਰਦਾ ਦਿਸ ਰਿਹਾ ਹੈ। ਕਵਨ ਕਰਮ ਤੇ ਛੁੱਟੀ ਹੈ, ਜੈ ਸਾਦੇ ਸਭ ਸਿੱਧ ਹੋਏ। ਕਹਿੰਦੇ ਵੀ ਨਿਤ ਕਰਮ ਨਹੀਂ ਕਰਦਾ, ਨਿਤ ਨੇਮ ਨਹੀਂ ਕਰਦਾ, ਉਹ ਕਰਮ ਕਰਦਾ ਜਿਹੜਾ ਕੋਈ ਸਾਨੂੰ ਦੱਸ ਪਾਉਂਦਾ ਹੈ
भी ये चीज़ कर दे ये तेनों मिल जाएगा। जिवें कोई सानूं दस पाउंदा भी आह चीज़ां जड़ियां ने इस नूं जल प्रवाह कर दे, आह चीज़ां जड़ियां ने दान कर दे, आह चीज़ां जड़ियां ने अग 'च साड़ दे, आह चीज़ां जड़ियां ने चौंक विच रखिया, आह चीज़ां जड़ियां ने किसी के घर अगे टूणा कर दे, तैनूं तां ये चीज़ मिल जाएगी। भगत रविदास जी कहते बस इदां दे चक्करां विच दुनिया पई हुई है। किहड़ा कर्म किया जाए जिहदे नाल छुट जाए। कवन कर्म, कवन मतलब किहड़े, कवन कर्म ते छुट्टीए, किहड़े कर्म करन नाल छुट्टीए। जै साधे सब सिद्ध होए, मतलब जिस दे नाल सफलता मिल जाए वो किहड़ा कर्म है। तो महाराज जी कहते फिर वो तू अपने पूर्ण गुरु को पुछ, तू अपने पूर्ण गुरु को पुछ। जे कोई पूर्ण गुरमुख जे तेनों के दसदा उसकी सलाह लै ली, नहीं तो होर इंसान की सलाह ना लई। गुरु दे कोल जाके पुछ भी ये काम मैं किवें करां, गुरु सानू दस देवेगा। हुण देखो गुरु दे कोल जाके असीं किवें पुछना। गुरु ते उत्थे जिहड़े है वो ते सुभाएमान है शब्द रूप दे विच। इहदा मतलब जिहड़ा शब्द नूं पढ़दा है उहनूं पुछना पएगा। जिहड़ा शब्द बारे जानकारी रखदा है उहनूं पता। जिद्दां देखो डाकीए दे कोल चिट्ठियां हुंदियां ने, डाके नूं असीं पुछदे हां भी साडी चिट्ठी आई है, डाके नूं पता क्योंकि वो उत्थों पढ़ के लिआया। ਉਹਦੇ कोल चिट्ठियां ने, उन्हें अपने लिफाफे विच सारिਆਂ ਦੇ किसी का कोई मनी आर्डर, कोई चिट्ठी, कोई पासपोर्ट, कोई बैंक की कोई कापी, कोई कुछ कई चीज़ां, लाइसेंस हो गया, RC हो गया, सारिया चीज़ां ਉਹਦੇ कोल ਹੁੰਦੀਆਂ ने। असी ਉਹਨੂੰ ਪੁੱਛੀਦਾ भी साडा कोई समान है, तो वह फिर नाम पढ़ के चंगी तरह एड्रैस पुछ के कागज़ ते साइन करा के वो चीज़ सानू दिंदा है, पूरा यकीन करके। जिवें कल भी असीं बेनती की, गुरु पूरा यकीन करना चाहुंदा भी इनूं ये चीज़ दे दें। डाकिया जिहड़ा पूरा यकीन करके किसी की गवाही लैके घर का जे मैंबर कोई होवे उहदे कोल साइन करा के फिर उहदी चीज़ जिहड़ी है उहनूं दे दिंदा है, क्योंकि उहदे कोल वो चीज़ सी, उहनूं किधरों आई सी। पिछे सरकार ने उन्होंने भेजी, पासपोर्ट भेजिया सरकार ने डाकीए, उसनूं लाइसेंस भेजिया, उसनूं RC भेजी, उन्हें तां दित्ती। ਇਹਦਾ मतलब ਉੱਥੇ ਜਿਹੜਾ बैठा है ਜਿਹਦੀ ड्यूटी लगी है। सो साडी सिख कौम ਦੇ ਵਿੱਚ ਪ੍ਰਚਾਰਕਾਂ ਦੀ ड्यूटी लगी है। कोई ग्रंथी है, कोई कथावाचक है, कोई रागी है, कोई ढाडी है, कोई कविशर है, कोई किसी भी तरह इन्हां ਦੀ ड्यूटी लगी, क्योंकि वो ये चीज़ नूं ਜਿਹੜੀ है वो बहुत डीपली पढ़ते हैं, मेहनत करते हैं। जिवें असीं अपने काम विच मेहनत करते हैं तो असीं पक्के हो जाते हैं ना, ऐदां जिहड़े धर्म के प्रचारक होंदे ने, जिहड़े बहुत सियाणे होंदे ने, पढ़े लिखे होंदे हन, जिहड़े पढ़ाई करते हैं, वो फिर खोज के सानू वो चीज़ दस दिंदे हन। जां असीं सतपुरख भी कह सकते। सतपुरख गुरमुख का ही दूजा नाम है। जिहड़ा गुरु के चरणों में लगे है वो गुरमुख, वो सतपुरख मतलब सच्चा पुरख। असीं उहनूं पुछ सकते हैं, उहदे कोलों सलाह लै सकते हैं, पर सलाह वो लैंदा जिहड़ा ये कहंदा भी मैनूं ये चीज़ का पता नहीं, वो सलाह लैंदा। जिहड़ा कहंदा मैनूं ये चीज़ का सारा पता है, वो सलाह काहतों लवे, वो सलाह नहीं लैंदा। वो अपनी सलाह तो जरूर दे सकता है, वो सलाह नहीं लैंदा। जिहड़ा हमेशा सलाह देनी चाहुंदा है सतसंगत जी, वो इंसान कदे ना कदे हंकार का शिकार हो सकता है। सलाह लैनी चाहिदी है, बहुत ज़रूरी है। देण दे नालों सलाह लैनी बहुत ज़रूरी है। जो सलाह लैंदा है गुरु की सलाह, जिहड़ा गुरु की सलाह लैंदा है उसनूं गुरु सीधे राह ते पा दिंदा है। सो इस करके भगत रविदास जी कहते कर्म या कर्म विचारी है, शंका सुन वेद पुराण। वेद पुराणां नूं सुन सुन के इहदे शंके मुकने चाहिए, असीं सगों होर वध गए। क्योंकि जिथे जांदा है उत्थे इहदियां चीज़ां नूं फॉलो करी जांदा है। एक जगह टिकिया होवे ते टिक जाए, जे 20 जगह जाएगा तो 20 चीज़ों वाल ध्यान जाएगा। ध्यान देना, जे 20 चीज़ों वाल कोई जाएगा वह ध्यान 20 चीज़ों वाल जाएगा। जिहड़ा एक होटल ते खाना खांदा वह एक होटल वाल ध्यान रहेगा। जिहड़ा रोज़ वक्रे वक्रे होटलों ते जाएगा उन्हें कहना उत्थे आ चीज़ चंगी है, इत्थे क्यों नहीं, इत्थे आ है, उत्थे वो क्यों नहीं, तीजी जगह आ चीज़ चंगी सी। उन्हें कंपैरिजन नहीं करी जाना। जिहड़ा हुण गुरु नानक दे घर विच आउंदा, सब तो वड्डा घर गुरु नानक पातशाह दा लिखिया है, तो हुण होर घरां दे विच जा जा के कंपैरिजन करे तो सियाणप नहीं है। इस करके संसा सद हिरदे बसे कौन हिरे अभिमान।
ਭਗਤ ਰਵਿਦਾਸ ਜੀ ਕਹਿੰਦੇ ਨੇ ਸਦਾ ਹੀ ਮਨੁੱਖ ਜਿਹੜਾ ਹੈ ਉਹ ਸ਼ੰਕੇ ਦੇ ਵਿੱਚ ਪਿਆ ਰਹਿੰਦਾ ਹੈ। ਅਲੱਗ-ਅਲੱਗ ਜਗ੍ਹਾ 'ਤੇ ਜਾ ਜਾ ਕੇ ਉਹਦਾ ਸ਼ੰਕਾ ਜਿਹੜਾ ਕੌਣ ਦੂਰ ਕਰੇ, ਉਹਦਾ ਹੰਕਾਰ ਕੌਣ ਹੀਰੇ ਅਭਿਮਾਨ ਹੰਕਾਰ, ਉਹਦਾ ਹੰਕਾਰ ਕੌਣ ਦੂਰ ਕਰੇ। ਬਾਹਰ ਉਦਕ ਪਖਾਰੀਐ ਘਟ ਭੀਤਰ ਵਿਵਧ ਵਿਕਾਰ। ਉਦਕ ਦਾ ਮਤਲਬ ਹੁੰਦਾ ਪਈ ਪਾਣੀ। ਕਹਿੰਦੇ ਬਾਹਰੋਂ ਪਿੰਡਾ ਜਿਹੜਾ ਹੈ ਉਹ ਉਦਕ ਦੇ ਨਾਲ ਧੁੰਦਾ ਹੈ, ਬਾਹਰ ਉਦਕ ਪਖਾਰੀ ਹੈ। ਪਖਾਰੀਏ ਦਾ ਮਤਲਬ ਹੁੰਦਾ ਧੋਣਾ। ਕਹਿੰਦੇ ਪਿੰਡੇ ਨੂੰ ਇਹ ਪਾਣੀ ਦੇ ਨਾਲ ਧੋ ਦਿੰਦਾ ਹੈ। ਘਟ ਭੀਤਰ ਵਿਵਧ ਵਿਕਾਰ। ਅਤੇ ਜਿਹੜਾ ਇਹਦਾ ਅੰਦਰ ਹੁੰਦਾ ਉਹ ਮੈਲ ਨਾਲ ਨੱਕੋ ਨੱਕ ਭਰਿਆ ਹੁੰਦਾ। ਧਿਆਨ ਦੇਣਾ, ਨਾ ਖਾਲੀ ਸ਼ੀਸ਼ੀ ਦਾ ਮੁੱਲ ਹੁੰਦਾ, ਨਾ ਕੂੜੇ ਦੇ ਨਾਲ ਭਰੇ ਡੱਬੇ ਦਾ ਮੁੱਲ ਹੁੰਦਾ। ਧਿਆਨ ਦੇਣਾ, ਜਿਹੜੀ ਭਰੀ ਸ਼ੀਸ਼ੀ ਹੁੰਦੀ, ਕਈ ਸ਼ੀਸ਼ੀਆਂ ਬੜੀਆਂ ਮਹਿੰਗੀਆਂ ਹੁੰਦੀਆਂ ਨੇ। ਪਰਫਿਊਮ ਸੈਂਟ ਲੈ ਕੇ ਆਓ 500 ਦੇ 5-5 ਹਜ਼ਾਰ ਦੇ, ਜਦੋਂ ਉਹ ਖਾਲੀ ਹੋ ਜਾਂਦਾ ਉਹਦੇ 2 ਰੁਪਈਏ ਵੀ ਨਹੀਂ ਮਿਲਦੇ ਸ਼ੀਸ਼ੀ ਦੇ। ਮਤਲਬ ਭਰੀ ਦਾ ਹੀ ਮੁੱਲ ਹੈ ਨਾ, ਖਾਲੀ ਦਾ ਮੁੱਲ ਥੋੜ੍ਹਾ ਹੈ। ਡਸਟਬਿਨ ਅਸੀਂ ਲਿਆਉਂਦੇ ਹਾਂ 200 500 400 ਦਾ, ਜਦੋਂ ਉਹ 'ਚ ਕੂੜਾ ਪੈ ਜਾਂਦਾ ਉਹਨੂੰ ਚੱਕਣ ਨੂੰ ਕੋਈ ਤਿਆਰ ਨਹੀਂ, ਘਰ ਦੇ ਵੀ ਨਹੀਂ ਲੱਗ ਜਾਂਦੇ, ਕਹਿੰਦੇ ਇਹ 'ਚੋਂ ਮੁਸ਼ਕ ਆਉਂਦਾ। ਇੱਕ ਡਸਟਬਿਨ ਦੇ ਕੋਲ ਜਾ ਕੇ ਮੁਸ਼ਕ ਆਉਂਦਾ ਅਤੇ ਮਹਾਰਾਜ ਜੀ ਕਹਿੰਦੇ ਜਿਹਦਾ ਅੰਦਰ ਹੀ ਡਸਟਬਿਨ ਬਣਿਆ ਹੋਇਆ, ਬਾਹਰ ਉਦਕ ਪਖਾਰੀ ਹੈ। ਭਗਤ ਰਵਿਦਾਸ ਜੀ ਕਹਿੰਦੇ ਬਾਹਰੋਂ ਤੂੰ ਇਸ਼ਨਾਨ ਕਰਦਾ, ਬੜੀ ਚੰਗੀ ਗੱਲ ਹੈ, ਕਰਨਾ ਚਾਹੀਦਾ, ਤਰੋ ਤਾਜ਼ਾ ਹੋਏਗਾ, ਸੁਸਤੀ ਆਲਸ ਜਾਏਗਾ, ਬੜੀ ਚੰਗੀ ਗੱਲ ਹੈ। ਪਰ ਇਹਦੇ ਨਾਲ ਘਟ ਭੀਤਰ ਵਿਵਧ ਵਿਕਾਰ, ਜਿਹੜਾ ਤੇਰੇ ਅੰਦਰ ਜਿਹੜਾ ਮੈਲ ਹੈ, ਮਹਾਰਾਜ ਜੀ ਕਹਿੰਦੇ ਨੇ ਉਹਨੂੰ ਕਿੱਦਾਂ ਧੋਏਗਾ। ਉਹਨੂੰ ਧੋਣ ਦੇ ਲਈ ਤਾਂ ਤੂੰ ਉੱਥੇ ਗਿਆ ਹੀ ਨਹੀਂ ਜਿੱਥੇ ਸਾਬਣ ਲੱਗਦਾ। ਕੱਪੜੇ ਅਸੀਂ ਧੋਬੀ ਕੋ ਧੁਆਈ ਦੇ ਨੇ, ਉਹਨੂੰ ਪ੍ਰੈਸ ਕਰਨ ਦੇ ਕੇ ਜਾਈਦਾ। ਬਾਜ਼ਾਰ ਜਾਂਦੇ ਆ ਨਾ, ਉਹਨੂੰ ਦੇ ਕੇ ਆਈਦੇ ਨੇ। ਪਹਿਲਾਂ ਲੋਕ ਬਹੁਤ ਧੋਬੀਆਂ ਕੋਲ ਕੱਪੜੇ ਵੀ ਧੋਂਦੇ ਹੁੰਦੇ ਸੀ, ਹੁਣ ਮਸ਼ੀਨਾਂ ਆਈਆਂ, ਇਸ ਕਰਕੇ ਕੋਈ ਕਿਧਰੇ ਨਹੀਂ ਜਾਂਦਾ। ਸੋ ਮਹਾਰਾਜ ਜੀ ਦੀ ਬਾਣੀ ਦੀ ਪੰਕਤੀ ਕਹਿੰਦੀ ਸਾਨੂੰ ਸਾਰੇ ਜਵਾਬ ਦਿੰਦੀ। ਕਹਿੰਦੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ। ਕਹਿੰਦੇ ਮਾੜਾ ਕੱਪੜਾ ਹੋ ਜਾਏ, ਗਿੱਲਾ ਹੋ ਜਾਏ, ਮੈਲਾ ਕੁਚਲਾ ਹੋ ਜਾਏ, ਗੰਦਗੀ ਲੱਗ ਜਾਏ, ਉਹ ਸਾਬਣ ਲਾ ਕੇ ਧੋਵੋ। ਅਤੇ ਭਰੀਏ ਮੱਤ ਪਾਪਾ ਕੇ ਸੰਗ, ਜਿਸ ਦੀ ਮੱਤ ਮਨ ਮੈਲਾ ਹੋ ਗਿਆ ਪਾਪਾਂ ਦੇ ਨਾਲ, ਉਹਨੂੰ ਹੁਣ ਧੋਣ ਦੇ ਲਈ ਕੋਈ ਸਾਬਣ ਤਾਂ ਬਾਜ਼ਾਰੋਂ ਮਿਲਦਾ ਨਹੀਂ। ਉਹ ਧੋਵੈ ਨਾਵੈ ਕੈ ਰੰਗ, ਉਹ ਤੇਰਾ ਨਾਮ ਦੇ ਰੰਗ ਦੇ ਨਾਲ, ਨਾਮ ਨੂੰ ਜਪਣ ਦੇ ਨਾਲ, ਕੀਰਤਨ ਕਥਾ ਸੁਣਨ ਦੇ ਨਾਲ, ਹੱਥੀਂ ਸੇਵਾ ਕਰਨ ਦੇ ਨਾਲ ਉਹ ਮੈਲ ਜਿਹੜੀ ਅੰਦਰੋਂ ਨਿਕਲਣੀ ਸ਼ੁਰੂ ਹੋਏਗੀ, ਚਲੀ ਜਾਏਗੀ। ਸੋ ਇਸ ਕਰਕੇ ਪੰਡਤ ਜੀ ਤੁਸੀਂ ਤੀਰਥ ਇਸ਼ਨਾਨਾਂ 'ਤੇ ਬੜਾ ਜ਼ੋਰ ਦਿੰਦੇ ਹੋ, 68 ਤੀਰਥ ਦੇ ਇਸ਼ਨਾਨ ਕਰੋ। ਇਹ ਪੰਡਤ ਜੀ ਦੇ ਨਾਲ ਗੱਲਾਂ ਕਰ ਰਹੇ ਨੇ ਭਗਤ ਰਵਿਦਾਸ ਜੀ। ਕਹਿੰਦੇ ਕੋਈ ਗੱਲ ਨਹੀਂ, ਕੋਈ ਜਾਂਦਾ ਬੜੀ ਚੰਗੀ ਗੱਲ ਹੈ, ਪਰ ਜੇ ਉੱਥੇ ਜਾ ਕੇ ਅੰਦਰੋਂ ਫਿਰ ਨਫਾ ਕੇ ਆਉਂਦੇ ਹੀ ਘਰਦਿਆਂ ਨਾਲ ਲੜ ਪਏ, ਆਉਂਦੇ ਹੀ ਗੁਆਂਢੀਆਂ ਨਾਲ ਦੇ ਲਾਗੇ ਡੰਡੇ ਚੁੱਕਦਾ ਫਿਰੇ, ਕੋਈ ਦੱਸ ਦੇਵੇ ਤੇਰੇ ਦੇ ਪੱਠੇ ਵੱਢ ਲਏ, ਤੇਰੀ ਤੇ ਸਬਜ਼ੀ ਕਿਸੇ ਨੇ ਤੋੜ ਲਈ, ਆਇਆ ਹੋਵੇ ਇਸ਼ਨਾਨ ਕਰਕੇ, ਗੰਗਾ ਤੋਂ ਨਹਾ ਕੇ ਆਇਆ ਹੋਵੇ, ਜਾਂ ਇਤਿਹਾਸਕ ਸਥਾਨਾਂ 'ਤੇ ਯਾਤਰਾ ਕਰਕੇ ਆਇਆ ਹੋਵੇ, ਆਉਂਦੇ ਕਿਸੇ ਨਾਲ ਲੜਾਈ ਲੈ ਲਵੇ, ਅਤੇ ਫਿਰ ਇਹਦਾ ਮਤਲਬ ਅੰਦਰ ਜਿਹੜਾ ਕੂੜ ਅਜੇ ਤੱਕ ਭਰਿਆ ਹੋਇਆ, ਉਸ ਅੰਦਰਲੇ ਕੂੜ ਨੂੰ ਤੇ ਕੱਢਣਾ ਹੈ। ਮੈਂ ਵੀ ਕੱਢਣਾ, ਤੁਸੀਂ ਵੀ ਕੱਢਣਾ, ਅਸੀਂ ਸਾਰੇ ਹੀ ਇਹਦੇ ਸ਼ਿਕਾਰ ਹਾਂ। ਬਾਣੀ ਵਿੱਚ ਲਿਖਿਆ, ਬਾਣੀ ਵਿੱਚ ਪਤਾ ਕੀ ਲਿਖਿਆ? ਹਮ ਅਵਗੁਣ ਭਰੇ ਏਕ ਗੁਣ ਨਾਹੀ। ਹਮ ਦੇ ਵਿੱਚ ਮੈਂ ਵੀ ਆ ਗਿਆ, ਤੁਸੀਂ ਵੀ ਆ ਗਏ। ਹੋ ਸਕਦਾ ਕਿਸੇ ਵਿੱਚ ਥੋੜ੍ਹੇ ਔਗਣ ਹੋਣ, ਕਿਸੇ ਵਿੱਚ ਜ਼ਿਆਦਾ ਹੋਣ, ਅਤੇ ਜਿਹਦੇ ਸਿਰ 'ਤੇ ਭਾਰ ਜ਼ਿਆਦਾ ਉਹਦੇ ਕੋਲ ਉੱਠਿਆ ਹੀ ਨਹੀਂ ਜਾਣਾ। ਥੋੜ੍ਹਾ ਬਹੁਤਾ ਭਾਰ 5-4 ਕਿਲੋ ਲੈ ਕੇ ਬੰਦਾ ਤੁਰਿਆ ਰਹਿੰਦਾ। ਬਜ਼ੁਰਗ ਬੰਦਾ ਵੀ ਤੁਰ ਪੈਂਦਾ ਲਿਫਾਫਾ 5-4 ਕਿਲੋ ਦਾ ਚੱਕ ਕੇ, ਅਤੇ ਜੇ ਬਜ਼ੁਰਗ ਬੰਦੇ 70-80 ਸਾਲ ਦੇ ਸਿਰ 'ਤੇ ਰੱਖ ਦਿਓ ਬੋਰੀ, ਅਤੇ ਉਹਨੇ ਉੱਥੇ ਹੀ ਬਹਿ ਜਾਣਾ, ਵਿਚਾਰੇ ਦਾ ਸਾਹ ਹੀ ਨਿਕਲ ਜਾਣਾ। ਕਿਉਂ? ਭਾਰ ਜ਼ਿਆਦਾ। ਬਾਣੀ ਵਿੱਚ ਲਿਖਿਆ ਜਿਹਦੇ ਸਿਰ 'ਤੇ ਪਾਪਾਂ ਦਾ ਭਾਰ ਜ਼ਿਆਦਾ ਹੈ, ਉਹਦੇ ਕੋਲ ਰਸਤਾ ਨਹੀਂ ਤੈਅ ਕੀਤਾ ਜਾਏਗਾ, ਉਹ ਅੱਗੇ ਨਹੀਂ ਵੱਧ ਜਾਏਗਾ, ਆਪਣੀ ਮੰਜ਼ਿਲ ਪ੍ਰਾਪਤ ਨਹੀਂ ਕਰ ਸਕੇਗਾ। ਇਸ ਕਰਕੇ ਸ਼ੁੱਧ ਕਵਨ ਪਰ ਹੋਏ ਬਹੁਤ ਸੁੱਚ ਕੁੰਚਰ ਬਿੱਦ ਵਿਵਹਾਰ। ਅਗਲੀ ਪੰਕਤੀ ਵਿੱਚ ਉਹ ਹਾਥੀ ਦੀ ਉਦਾਹਰਨ ਦਿੱਤੀ ਹੈ। ਕਹਿੰਦੇ ਹਾਥੀ ਨਦੀ 'ਤੇ ਜਾ ਕੇ ਬੜਾ ਫਰਾਟੇ ਮਾਰਦਾ ਆਪਣੀ ਸੁੰਡ ਨਾਲ, ਸਾਰੇ ਪਿੰਡੇ ਨੂੰ ਐਨ ਵਧੀਆ ਕਰਕੇ ਨਹਾ ਲੈਂਦਾ, ਇੱਦਾਂ ਲੱਗਦਾ ਬੜਾ ਨਿਖਰ ਗਿਆ ਹਾਥੀ।
ਤੇ ਜਦੋਂ ਜਾਣ ਲੱਗਦਾ ਚਿੱਕੜ ਨਾਲ ਸੁੰਡ ਭਰਦਾ ਤੇ ਫਿਰ ਮਾਰਦਾ ਜੋਰ ਨਾਲ ਫਰਾਟਾ ਤੇ ਸਾਰਾ ਚਿੱਕੜ ਆਪਣੇ ਸਿਰ ਵਿੱਚ ਤੇ ਆਪਣੇ ਸਰੀਰ ਤੇ ਪਾ ਲੈਂਦਾ। ਵੀ ਕੀ ਫਾਇਦਾ ਹੋਇਆ। ਭਗਤ ਰਵਿਦਾਸ ਜੀ ਕਹਿੰਦੇ ਸੁਧ ਕਵਨ ਪਰ ਹੋਏ ਬੋ ਸੁਚ ਕੁੰਚਰ। ਕੁੰਚਰ ਦਾ ਮਤਲਬ ਹਾਥੀ। ਕਹਿੰਦੇ ਕੀ ਫਾਇਦਾ ਹੋਇਆ ਹਾਥੀ ਤੇਰੇ ਨਹਾਉਣ ਦਾ। ਫਿਰ ਤੂੰ ਗੰਦਗੀ ਆਪਣੇ ਉੱਪਰ ਪਾ ਲਈ। ਤੂੰ ਹਰਿਮੰਦਰ ਸਾਹਿਬ ਤੋਂ ਇਸ਼ਨਾਨ ਕਰਕੇ ਆਇਆ, ਰਾਹ ਦੇ ਵਿੱਚ ਹੀ ਮੈਲਾ ਦੇਖਣ ਵੱਲ ਲੱਗ ਪਿਆ, ਕਿਸੇ ਦੀ ਧੀ ਭੈਣ ਵੱਲ ਦੇਖਣ ਲੱਗ ਪਿਆ ਗੰਦਾ, ਤੇ ਉੱਥੇ ਗੁਰੂ ਰਾਮਦਾਸ ਨੇ ਤੈਨੂੰ ਸ਼ਾਬਾਸ਼ ਥੋੜ੍ਹਾ ਦੇਣੀ ਹੈ। ਤੇਰੇ ਪਾਪਾਂ ਦਾ ਬੇੜਾ ਹੋਰ ਭਾਰਾ ਹੀ ਹੋ ਜਾਣਾ। ਨਾ ਕਿ ਮੈਂ ਅੰਮ੍ਰਿਤਸਰੋਂ ਇਸ਼ਨਾਨ ਕਰਕੇ ਆਇਆ, ਗੁਰੂ ਰਾਮਦਾਸ ਨੇ ਬੜੀਆਂ ਝੋਲੀਆਂ ਭਰਨੀਆਂ। ਜੇ ਉੱਥੇ ਲੋਕਾਂ ਨੂੰ ਦੇਖ ਦੇਖ ਕੇ ਮਨ ਮੈਲਾ ਕਰੀ ਜਾਏ ਕਿਸੇ ਦੇ ਤਨ ਵੱਲ ਕਿਸੇ ਦੇ ਧਨ ਵੱਲ, ਤੇ ਫਿਰ ਉੱਥੋਂ ਮਿਲਣਾ ਥੋੜ੍ਹਾ ਹੈ ਕੁਛ। ਉਹ ਤਾਂ ਜਿਹੜਾ ਪਹਿਲਾ ਹੁੰਦਾ ਨਾ ਕੋਲ ਪਹਿਲਾ, ਉਹ ਵੀ ਲੁੱਟਿਆ ਜਾਂਦਾ। ਮਹਾਰਾਜ ਜੀ ਨੇ ਬਾਣੀ ਵਿੱਚ ਲਿਖਿਆ। ਇਸ ਕਰਕੇ ਉਹ ਵੀ ਗਵਾਚ ਜਾਂਦਾ ਜਿਹੜਾ ਕੁਝ ਨਾ ਕੁਝ ਪੱਲੇ ਪਹਿਲਾਂ ਜਮ੍ਹਾਂ ਕੀਤਾ ਹੁੰਦਾ ਪਾਪ ਕਰਮ ਕਰਨ ਦੇ ਨਾਲ। ਅਗਲੀਆਂ ਪੰਕਤੀਆਂ ਪਾਰਸ ਮਾਨੋ ਤਾਬੋ ਛੋਏ ਕਣਕ ਹੋਤ ਨਹੀਂ ਵਾਰ। ਕਹਿੰਦੇ ਪਾਰਸ ਹੋਵੇ ਤੇ ਤਾਂਬੇ ਨੂੰ ਛੂਹ ਜਾਏ ਤੇ ਕੋਈ ਬਹੁਤਾ ਚਿਰ ਨਹੀਂ ਲੱਗਦਾ ਉਹਨੂੰ ਸੋਨਾ ਬਣਨ ਨੂੰ। ਤੂੰ ਗੁਰੂ ਦੇ ਚਰਨਾਂ ਵਿੱਚ ਜੁੜਿਆ ਕਰ, ਨੱਕ ਰਗੜਿਆ ਕਰ, ਮੱਥਾ ਟੇਕਿਆ ਕਰ, ਬਾਣੀ ਨੂੰ ਮੰਨਿਆ ਕਰ, ਉਹ ਤੈਨੂੰ ਚਿਰ ਨਹੀਂ ਲੱਗੇਗਾ। ਤੂੰ ਵੀ ਗੁਰੂ ਦਾ ਰੂਪ ਹੋ ਜਾਏਗਾ। ਗੁਰ ਪਾਰਸਮ ਲੋ ਮਿਲ ਕੰਚਨ ਹੋਆ ਰਾਮ, ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ। ਕਹਿੰਦੇ ਪੂਰਬਲੇ ਭਾਗ ਜਾਗਣ ਦੇ ਨਾਲ ਸਤਿਗੁਰੂ ਮਿਲ ਪੈਂਦਾ ਹੈ। ਪੂਰਬਲੇ ਭਾਗ ਕਿਹੜੇ ਨੇ? ਜਿਹੜਾ ਕੱਲ੍ਹ ਨਿਕਲਿਆ ਨਾ, ਇਹ ਪੂਰਬਲਾ ਹੀ ਹੈ। ਜਿਹੜਾ ਕੱਲ੍ਹ ਹੈ ਉਹਨੂੰ ਪੂਰਬਲਾ ਕਿਹਨੂੰ ਕਹਿੰਦੇ ਨੇ? ਪਾਸਟ। ਜਿਹੜਾ 1 ਮਿੰਟ ਪਿਛਲਾ ਨਿਕਲ ਗਿਆ ਨਾ, ਤੇ ਹੁਣ ਜਿਹੜੇ ਨੇ 6:11 ਹੋਏ ਨੇ, ਜਿਹੜਾ 6:10 ਸੀ ਉਹ ਪੂਰਬਲਾ ਹੋ ਗਿਆ। ਉਹਦੇ ਵਿੱਚ ਅਸੀਂ ਕੀ ਜਪਿਆ ਉਹ ਸਾਡਾ ਪੂਰਬਲਾ ਬਣ ਗਿਆ, ਮਤਲਬ ਪਾਸਟ ਬਣ ਗਿਆ। ਜਿਹੜਾ ਪਾਸਟ ਵਿੱਚ ਪੂਰਬਲੇ ਵਿੱਚ ਬੀਜਿਆ ਉਹ ਅਗਲੇ ਮਿੰਟਾਂ ਦੇ ਵਿੱਚ ਸਾਨੂੰ ਮਿਲਣਾ, ਮਤਲਬ ਭਵਿੱਖ ਵਿੱਚ ਮਿਲਣਾ। ਇੱਦਾਂ ਹੀ ਕਹਿੰਦੇ ਆ ਨਾ ਵੀ ਅੱਜ ਜਿਹੜਾ ਕੀਤਾ ਉਹਦਾ ਕਰਮਾਂ ਦਾ ਫਲ ਸਾਨੂੰ ਫਿਰ ਮਿਲਣਾ, ਇੱਦਾਂ ਅਸੀਂ ਕਹਿੰਦੇ ਹਾਂ। ਸੋ ਮਹਾਰਾਜ ਜੀ ਕਹਿੰਦੇ ਨੇ ਪਾਰਸ ਗੁਰੂ ਹੈ, ਉਹਦੇ ਅੱਗੇ ਆਪਣੇ ਆਪ ਨੂੰ ਭੇਟ ਕਰ। ਪੂਰਬ ਲਿਖਤ ਲਿਲਾਟ, ਇਸ ਤੋਂ ਵਧੀਆ ਕੋਈ ਪਾਰਸ ਨਹੀਂ ਹੈ। ਤੇਰੇ ਭਾਗ ਚੰਗੇ ਹੋਣਗੇ ਜੇ ਤੂੰ ਗੁਰੂ ਨੂੰ ਮਿਲੇਗਾ। ਉਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ। ਤੇ ਜਦੋਂ ਪ੍ਰਮਾਤਮਾ ਨੂੰ ਮਿਲ ਲਏਗਾ, ਮਿਲਣ ਦੀ ਤੰਗ ਪੈਦਾ ਹੋ ਜਾਏਗੀ, ਅੰਤਰ-ਆਤਮੇ ਪ੍ਰਭੂ ਮਿਲ ਪੈਂਦਾ ਤੇ ਮਨ ਦੇ ਕਵਾੜ ਖੁੱਲ੍ਹ ਜਾਂਦੇ ਨੇ। ਭਗਤ ਜੁਗਤ ਮਤ ਸਤ ਕਰੀ ਭਰਮ ਬੰਧਨ ਕਾਟ ਵਿਕਾਰ। ਪੱਖੇ ਬੰਦ। ਜਿਸ ਮਨੁੱਖ ਨੇ ਬੰਧਨਾਂ ਨੂੰ ਕੱਟ ਕੇ ਆਪਣੇ ਵਿਸ਼ੇ ਵਿਕਾਰਾਂ ਤੋਂ ਆਪਣੇ ਮਨ ਨੂੰ ਰੋਕ ਕੇ ਗੁਰੂ ਵੱਲ ਮੂੰਹ ਕੀਤਾ, ਪਾਤਸ਼ਾਹ ਜੀ ਕਹਿੰਦੇ ਉਹ ਜਿਹੜਾ ਗੁਰੂ ਦੇ ਦਰ 'ਤੇ ਪ੍ਰਵਾਨ ਹੋ ਗਿਆ, ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ। ਉਹੀ ਮਨੁੱਖ ਨੂੰ ਅੰਤਰ ਆਤਮਾ ਵਿੱਚ ਪ੍ਰਮਾਤਮਾ ਦਿਸਦਾ, ਜਿਹਦੇ ਵਿੱਚ ਰੱਬੀ ਗੁਣ ਪੈਦਾ ਹੋ ਜਾਣ। ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ, ਜਿਹਦੇ ਅੰਦਰ ਵਿਚਾਰ ਪੈਦਾ ਹੋ ਜਾਏ। ਅਨਕ ਯਤਨ ਨਿਗ੍ਰਹਿ ਕੀਐ ਟਾਰੀ ਨਾ ਟਰੇ ਭਰਮ ਫਾਸ। ਕਹਿੰਦੇ ਨੇ ਬੜੇ ਯਤਨ ਮਨੁੱਖ ਕਰਦਾ ਹੈ ਗਲਤ ਪਾਸਿਓਂ ਵੀ ਹਟ ਜਾਵਾਂ। ਕਹਿੰਦੇ ਇਹ ਫਿਰ ਜਿਹੜੀ ਹੈ ਵਿਕਾਰ ਤੇ ਮਾਇਆ ਜਿਹੜੀ ਮੁੜ ਮੁੜ ਚਿੰਬੜਦੀ ਹੈ। ਅਣਕ ਯਤਨ ਕਰ ਰਾਖੀ ਹੈ ਫਿਰ ਲਪਟਾਈ। ਬੜੇ ਯਤਨ ਕੀਤੇ ਵੀ ਮਾਇਆ ਗਲੋਂ ਲੈ ਜਾਏ, ਮਾੜੀਆਂ ਸੋਚਾਂ ਮਨੋਂ ਲੈ ਜਾਣ, ਪਿੱਛਾ ਛੱਡ ਦੇਣ। ਕਹਿੰਦੇ ਮੁੜ ਮੁੜ ਫਿਰ ਚਿੰਬੜਦੀਆਂ ਹਨ। ਅਣਕ ਯਤਨ ਨਿਗ੍ਰਹਿ ਕੀਐ। ਵਿਕਾਰਾਂ ਤੋਂ ਮਨ ਨੂੰ ਬੜਾ ਰੋਕਣ ਦਾ ਯਤਨ ਕੀਤਾ, ਪਰ ਫਿਰ ਮੁੜ ਮੁੜ ਉਸ ਦਲਦਲ ਵੱਲ ਮਨ ਜਾਂਦਾ ਹੈ। ਬੜੀ ਭੈੜੀ ਆਦਤ ਹੈ। ਆਖਰੀ ਪੰਕਤੀ ਪ੍ਰੇਮ ਭਗਤ ਨਹੀਂ ਉਪਜੇ ਤਾਤੇ ਰਵਿਦਾਸ ਉਦਾਸ। ਕਹਿੰਦੇ ਜਿਹਦੇ ਅੰਦਰ ਪ੍ਰੇਮਾ ਭਗਤੀ ਨਹੀਂ ਪੈਦਾ ਹੋਈ ਤੇ ਫਿਰ ਇਹ ਚੀਜ਼ ਨੂੰ ਦੇਖ ਕੇ ਭਗਤ ਜੀ ਕਹਿੰਦੇ ਉਦਾਸੀ ਹੈ। ਜੇ ਮੇਰੇ ਵਿੱਚ ਵੀ ਨਹੀਂ ਹੋਈ ਤੇ ਮੈਂ ਵੀ ਉਦਾਸ ਹਾਂ। ਇਸ ਕਰਕੇ ਸਤ ਸੰਗਤ ਜੀ ਸਾਰੀ ਪੰਕਤੀ ਦੇ ਵਿੱਚ ਪੰਕਤੀਆਂ ਦੇ ਵਿੱਚ ਇਹ ਸਾਨੂੰ ਦੱਸਿਆ ਗਿਆ ਵੀ ਕਰਮ ਕਰਨਾ ਹੈ ਸੱਚਾ ਸੁੱਚਾ, ਉੱਚਾ ਸੁੱਚਾ। ਸੋ ਇਹ ਸਾਰੀ ਸਿੱਖਿਆ ਸਾਡੇ ਗੁਰੂ ਤੋਂ ਮਿਲਦੀ ਹੈ, ਰੱਬ ਤੋਂ ਮਿਲਦੀ ਹੈ, ਇਹ ਗੁਰਸਿੱਖਾਂ ਤੋਂ ਮਿਲਦੀ ਹੈ, ਸੰਤਾਂ ਮਹਾਂਪੁਰਖਾਂ ਤੋਂ ਮਿਲਦੀ ਹੈ ਅਤੇ ਰੱਬ ਦੇ ਪਿਆਰਿਆਂ ਕੋਲ ਮਿਲਦੀ ਹੈ। ਜਿਵੇਂ ਅੱਜ ਭਗਵਾਨ ਵਾਲਮੀਕ ਦਾ ਜਨਮ ਦਿਨ ਵੀ ਹੈ, ਮਹਾਂਪੁਰਖ ਨੇ। ਇੱਦਾਂ ਦੇ ਮਹਾਂਪੁਰਖਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਸੋ
ਜੋ ਵੀ ਇਸ ਧਰਤੀ ਤੇ ਆਇਆ ਨਾ, ਕੋਈ ਵੀ ਰੱਬ ਦਾ ਬੰਦਾ, ਕੋਈ ਵੀ ਰੱਬ ਦਾ ਬੰਦਾ, ਚਾਹੇ ਉਹ ਸਤਯੁਗ ਵਿੱਚ ਆਇਆ, ਚਾਹੇ ਉਹ ਤ੍ਰੇਤੇ ਵਿੱਚ ਆਇਆ, ਚਾਹੇ ਕੋਈ ਉਹ ਹੋਰ ਕਿਸੇ ਯੁੱਗ ਵਿੱਚ ਆਇਆ, ਸਾਰੇ ਸਤਿਕਾਰਯੋਗ ਨੇ। ਸਾਰਿਆਂ ਦੇ ਨਾਮ ਬਾਣੀ ਦੇ ਵਿੱਚ ਸਿਫਤ ਸਲਾਹ ਸਾਰਿਆਂ ਬਾਰੇ ਲਿਖੀ ਹੋਈ ਹੈ। ਸਾਰਿਆਂ ਦੇ ਬਾਰੇ ਸਿਫਤ ਲਿਖੀ ਹੋਈ ਹੈ। ਜਿੰਨੇ ਵੀ ਮਹਾਂਪੁਰਖ, ਜਿੰਨੇ ਵੀ ਅਵਤਾਰੀ ਪੁਰਖ ਆਏ ਨੇ, ਇਹਨਾਂ ਦੀਆਂ ਉਦਾਹਰਨਾਂ ਜਿਹੜੀਆਂ ਨੇ ਬਾਣੀ ਵਿੱਚ ਦਿੱਤੀਆਂ ਹੋਈਆਂ ਨੇ। ਭਗਤ ਰਵਿਦਾਸ ਜੀ ਨੇ ਨਾ ਇੱਕ ਸ਼ਬਦ ਵਿੱਚ, ਭਗਤ ਜੀ ਨੇ ਭਗਵਾਨ ਵਾਲਮੀਕ ਦੇ ਨਾਮ ਦੀ ਉਦਾਹਰਨ ਦਿੱਤੀ ਹੋਈ ਹੈ ਸ਼ਬਦ ਵਿੱਚ। ਸੋ ਅੱਜ ਦੁਨੀਆ ਦੇ ਵਿੱਚ ਸਾਡੇ ਭੈਣ ਵੀਰਾਂ, ਜਿਹੜੇ ਵੀਰ ਨੇ, ਉਹ ਅੱਜ ਭਗਵਾਨ ਵਾਲਮੀਕ ਦਾ ਦਿਨ ਮਨਾਉਂਦੇ ਨੇ। ਕਿ ਮੈਂ ਪਹਿਲਾਂ ਵੀ ਬੜੀ ਬੇਨਤੀ ਕੀਤੀ, ਕੋਈ ਵੀ ਗੁਰੂ ਹੁੰਦਾ, ਕੋਈ ਵੀ ਸੰਤ ਮਹਾਤਮਾ ਹੁੰਦਾ, ਉਹ ਸਾਰਿਆਂ ਦਾ ਸਾਂਝਾ ਹੁੰਦਾ। ਅਸੀਂ ਵੈਸੇ ਜੋੜ ਦਿੰਦੇ ਹਾਂ ਵੀ ਉਹਨਾਂ ਦਾ ਇਹ ਬਾਬਾ ਸਾਡਾ, ਇਹ ਬਾਬਾ ਉਹਨਾਂ ਦਾ। ਇੱਦਾਂ ਨਹੀਂ ਹੁੰਦਾ। ਜਿਹੜੇ ਵੀ ਸਾਧੂ ਸੰਤ ਮਹਾਤਮਾ ਗੁਰੂ, ਇਹ ਸਾਰਿਆਂ ਦੇ ਸਾਂਝੇ ਨੇ। ਕ੍ਰਿਸ਼ਨ ਮਹਾਰਾਜ ਜੀ ਸਾਰਿਆਂ ਦੇ ਸਾਂਝੇ ਨੇ, ਰਾਮਚੰਦਰ ਸਾਰਿਆਂ ਦੇ ਸਾਂਝੇ ਨੇ, ਗੁਰੂ ਨਾਨਕ ਮਹਾਰਾਜ ਸਾਰਿਆਂ ਦੇ ਸਾਂਝੇ ਨੇ, ਭਗਵਾਨ ਵਾਲਮੀਕ ਜੀ ਸਾਰਿਆਂ ਦੇ ਸਾਂਝੇ ਨੇ। ਇਸ ਕਰਕੇ ਸਾਨੂੰ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ, ਸਾਰਿਆਂ ਦਾ ਮਾਣ ਕਰਨਾ ਚਾਹੀਦਾ, ਸਾਰਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਭਗਵਾਨ ਵਾਲਮੀਕ ਜੀ ਦੇ ਬਾਰੇ ਮੈਨੂੰ ਕਈ ਵਾਰ ਇਹਨਾਂ ਦੇ ਗੁਰਮੁਖਾਂ ਨੇ ਕਿਹਾ ਵੀ, ਕਹਿੰਦੇ ਉਹਨਾਂ ਬਾਰੇ ਵੀ ਤੁਸੀਂ ਦੱਸਿਆ ਕਰੋ। ਉਹਨਾਂ ਦਾ ਬਹੁਤਾ ਇਤਿਹਾਸ ਨਹੀਂ ਮਿਲਦਾ, ਥੋੜ੍ਹਾ ਬਹੁਤਾ ਮਿਲਦਾ। ਸੋ ਸਾਨੂੰ ਇੰਨਾ ਹੀ ਪਤਾ ਵੀ ਉਹ ਐਸੀ ਇੱਕ ਤਾਕਤ ਸਨ ਜਿਨ੍ਹਾਂ ਨੇ ਬਹੁਤ ਸਮਾਂ ਪਹਿਲਾਂ ਹੀ ਇੱਦਾਂ ਦੇ ਬਚਨ ਕਰ ਦਿੱਤੇ। ਹਜ਼ਾਰਾਂ ਸਾਲ ਪਹਿਲਾਂ ਸਭ ਕੁਝ ਦੱਸ ਦਿੱਤਾ, ਕਈ ਸੌ ਸਾਲ ਪਹਿਲਾਂ ਹੀ ਆਉਣ ਵਾਲੇ ਸਮੇਂ ਬਾਰੇ ਦੱਸ ਦਿੱਤਾ। ਜੋ ਉਹਨਾਂ ਨੇ ਇਹ ਰਾਮਾਇਣ ਜਾਂ ਰਾਮਚੰਦਰ ਜੀ ਬਾਰੇ ਜਾਂ ਸਭ ਕੁਝ ਰਚਿਆ, ਜੋ ਉਹਨਾਂ ਨੇ ਦੱਸਿਆ ਨਾ ਰਾਮਾਇਣ ਦੇ ਵਿੱਚ, ਕਹਿੰਦੇ ਉਹਨਾਂ ਤੋਂ ਵਧੀਆ ਕਿਸੇ ਨੇ ਅੱਜ ਤੱਕ ਜਿਹੜਾ ਹੈ ਉਹ ਕੋਈ ਦੱਸ ਨਹੀਂ ਸਕਿਆ। ਵਿਦਵਾਨਾਂ ਨੇ ਕਵ ਤੇ ਕਰਨਾ ਦੇ ਸਾਗਰ ਭਗਵਾਨ ਵਾਲਮੀਕ ਜੀ ਦੀ ਮਹਾਨਤਾ ਨੂੰ, ਉਹਨਾਂ ਵੱਲੋਂ ਜਿਹੜੇ ਮਹਾਨ ਗ੍ਰੰਥ ਰਾਮਾਇਣ ਬਾਰੇ ਉਹ ਜਿਹੜੀਆਂ ਜਿੰਨੀਆਂ ਵੀ ਜਾਣਕਾਰੀਆਂ ਨੇ ਉਹ ਫੋਲੋ ਕੀਤੀਆਂ ਹਨ। ਕਹਿੰਦੇ ਨੇ ਸੰਸਕ੍ਰਿਤ ਦੇ ਹਜ਼ਾਰਾਂ ਸਾਲ ਪਹਿਲੇ ਯੁੱਗਾਂ ਵਿੱਚ ਜਿਹੜੇ ਰਿਸ਼ੀ ਮੁਨੀ ਭਗਤ ਪੈਗੰਬਰ ਹੋਏ ਸੀ, ਅਤੇ ਉਹਨਾਂ ਦੇ ਵਿੱਚੋਂ ਮਹਾਰਿਸ਼ੀ ਵਾਲਮੀਕ ਨੂੰ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਜਾਂਦਾ ਹੈ। ਕਹਿੰਦੇ ਜਿਹੜਾ ਪਹਿਲਾਂ ਮੁੱਢਲਾ ਵੈਦਿਕ ਸਾਹਿਤ ਸੀ ਨਾ, ਮੁੱਢਲਾ ਵੈਦਿਕ ਸਾਹਿਤ, ਇਹ ਪੜ੍ਹਨਾ ਬੜਾ ਔਖਾ ਸੀ। ਮਤਲਬ ਹਿਸਟਰੀ ਜਿਹੜੀ ਹੈ, ਪਹਿਲੇ ਹਜ਼ਾਰਾਂ ਸਾਲ ਪਹਿਲਾਂ ਹਿਸਟਰੀ ਪੜ੍ਹਨੀ ਬੜੀ ਮੁਸ਼ਕਿਲ ਸੀ। ਅਤੇ ਇਹਨੂੰ ਜਿਹੜਾ ਆਮ ਲੋਕ ਸਮਝ ਨਹੀਂ ਸੀ ਪਾਉਂਦੇ। ਅਤੇ ਜਿਹੜੇ ਭਗਵਾਨ ਵਾਲਮੀਕ ਜੀ ਸੀ, ਕਹਿੰਦੇ ਇਹਨਾਂ ਨੇ ਇਹ ਜਿਹੜੀ ਹੈ ਸਰਲ ਭਾਸ਼ਾ ਮਹਾਕਾਵ ਦੀ ਰਚਨਾ ਕੀਤੀ ਸੰਸਕ੍ਰਿਤ ਦੇ ਵਿੱਚ, ਤਾਂ ਜੋ ਸਮਝ ਜਿਹੜੀ ਹੈ ਉਹ ਸੌਖੀ ਲੱਗ ਸਕੇ। ਆਮ ਲੋਕਾਂ ਦੀ ਸਮਝ ਤੋਂ ਬਾਹਰ ਜਿਹੜੀਆਂ ਪਹਿਲੀਆਂ ਭਾਸ਼ਾਵਾਂ ਹੁੰਦੀਆਂ ਸਨ, ਇਹ ਬੜੀਆਂ ਮੁਸ਼ਕਿਲ ਸਮਝ ਆਉਂਦੀਆਂ ਹੁੰਦੀਆਂ ਸਨ। ਭਗਵਾਨ ਵਾਲਮੀਕ ਜੀ ਨੇ ਸਰਲ ਕਰਕੇ ਇੱਕ ਮਹਾਕਾਵ ਦੀ ਰਚਨਾ ਲੋਕ ਭਾਸ਼ਾ ਸੰਸਕ੍ਰਿਤ ਵਿੱਚ ਕੀਤੀ, ਔਰ ਰਾਮਾਇਣ ਨੂੰ ਭਾਰਤੀ ਸਾਹਿਤ ਸਮੇਤ ਵਿਸ਼ਵ ਦਾ ਸਾਹਿਤ ਪਹਿਲਾ ਮਹਾਕਾਵ ਕਹਿੰਦੇ ਮੰਨਿਆ ਗਿਆ। ਇੰਨੀ ਮਤਲਬ ਬਖਸ਼ਿਸ਼ ਜਿਹੜੀ ਹੈ ਉਹ ਉਹਨਾਂ ਨੇ ਕੀਤੀ ਵੀ ਇਸ ਦੀ ਸਮਝ ਜਿਹੜੀ ਹੈ ਉਹ ਸਭ ਨੂੰ ਲੱਗ ਸਕੇ। ਕਹਿੰਦੇ ਜਿਹੜਾ ਰਾਮਾਇਣ ਗ੍ਰੰਥ ਹੈ ਭਗਵਾਨ ਜੀ ਦਾ, ਕਹਿੰਦੇ ਇਹ ਜਿਹੜਾ ਸੀ 24,000 ਸ਼ਲੋਕਾਂ ਦਾ ਰਚਿਤ ਸੀ, ਅਤੇ ਅੱਜ ਅਨੇਕ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੈ ਇਸ ਦਾ। ਕਹਿੰਦੇ ਵੀ ਅਸਲ ਦੇ ਵਿੱਚ ਜਿਹੜਾ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਜਿਹੜੀ ਰਚਨਾ ਹੈ ਨਾ, ਉਹਨੂੰ ਹੀ ਫੋਲੋ ਕੀਤਾ ਬਹੁਤ ਸਾਰੇ ਜਿਹੜੇ ਨੇ ਮੁਗਲ ਬਾਦਸ਼ਾਹ ਨੇ ਵੀ। ਖੋਜੀਆਂ ਨੇ ਲਿਖਿਆ ਵੀ ਜਾਣਕਾਰੀ ਮਿਲਦੀ ਹੈ ਕਿ ਬਾਦਸ਼ਾਹ ਅਕਬਰ ਨੇ ਆਪਣੇ ਦਰਬਾਰੀ ਕਵੀ ਮੌਲਵੀ ਫੈਜੀ ਪਾਸੋਂ ਵਾਲਮੀਕੀ ਰਾਮਾਇਣ ਦਾ ਫਾਰਸੀ ਵਿੱਚ ਉਲੱਥਾ ਕਰਵਾਇਆ, ਕਿਉਂਕਿ ਜਿਹੜੇ ਬਾਦਸ਼ਾਹ ਲੋਕ ਹੁੰਦੇ ਸਨ ਉਹ ਵੀ ਗ੍ਰੰਥਾਂ ਨੂੰ ਪੜ੍ਹਨਾ ਚਾਹੁੰਦੇ ਸਨ। ਸੋ ਉਹਨਾਂ ਨੇ ਫੈਂਜੀ ਪਾਸੋਂ, ਆਪਣਾ ਮੌਲਵੀ ਸੀ, ਉਹਦੇ ਪਾਸੋਂ ਵਾਲਮੀਕੀ ਰਾਮਾਇਣ ਦਾ ਜਿਹੜਾ ਸੀ ਮਹਾਰਾਜ ਦੀ ਉਹ ਜਿਸ ਰਾਮਾਇਣ ਦਾ ਜਿਹੜਾ ਸੀ ਉਹਦਾ ਉਲੱਥਾ ਜਿਹੜਾ ਸੀ ਮੌਲਵੀ ਪਾਸੋਂ ਫਾਰਸੀ ਵਿੱਚ ਕਰਵਾਇਆ, ਅਤੇ ਉਹਦਾ ਨਾਂ ਰੱਖਿਆ ਗਿਆ ਵਾਲਮੀਕ ਨਾਂ ਲਈ ਵਾਓ ਦੀ ਥਾਂ ਫਾਰਸੀ ਦਾ ਅੱਖਰ ਬੇ ਵਰਤਿਆ ਗਿਆ, ਅਤੇ
ਅਕਬਰ ਨੇ ਵੀ ਕਹਿੰਦੇ ਨੇ ਮੌਲਾਨਾ ਅਬਦੁਲ ਕਾਦਰ ਪਾਸੋਂ ਉਰਦੂ ਵਿੱਚ ਰਮਾਇਣ ਜਿਹੜੀ ਸੀ ਲਿਖਾਈ। ਅਤੇ ਇਹ ਸਾਰੀਆਂ ਜਿਹੜੀਆਂ ਸੀ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਜਿਹੜੀ ਅਸਲੀ ਰਮਾਇਣ ਸੀ ਨਾ, ਉਹਦੇ ਤੋਂ ਹੀ ਕਹਿੰਦੇ ਸਾਰਾ ਕੁਝ ਅੱਗੇ ਚੱਲ ਰਿਹਾ। ਕਹਿੰਦੇ ਔਰੰਗਜ਼ੇਬ ਦੇ ਸਮੇਂ ਵੀ ਦਾਰਾ ਸ਼ਿਕੋ ਨੇ ਭਗਵਾਨ ਵਾਲਮੀਕ ਜੀ ਦੇ ਰਚਿਤ ਇਸ ਮਹਾਨ ਗ੍ਰੰਥ ਨੂੰ ਯੋਗ ਵਸ਼ਿਸ਼ਟ ਨੂੰ ਅਰਬੀ ਵਿੱਚ ਉਲੱਥਾ ਕੀਤਾ, ਅਰਬੀ ਵਿੱਚ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ। ਇੱਦਾਂ ਹੀ ਕਹਿੰਦੇ ਮਿਰਜ਼ਾ ਇਮਾਮਦੀਨ ਕਾਦੀਆਂ ਨੇ ਵੀ ਆਪਣੀ ਪੁਸਤਕ ਦੀਦ ਹੱਕ ਉਰਦੂ 1866 ਵਿੱਚ ਲਿਖੀ, ਜਿਸ ਵਿੱਚ ਕਹਿੰਦੇ ਨੇ ਬੇਨਾਲ ਵਾਲਮੀਕ ਸ਼ਬਦ ਵਰਤਿਆ ਗਿਆ। ਉਹਨਾਂ ਦੀ ਉਸਤਤ ਜਿਹੜੀ ਹੈ ਉਹਨਾਂ ਨੇ ਉਰਦੂ ਵਿੱਚ ਕੀਤੀ। ਹੋਰ ਕਈ ਕਹਿੰਦੇ ਕਥਾਵਾਂ ਨੇ ਜਿਹੜੀਆਂ ਨੇ ਉਹ ਇਸ 'ਤੇ ਆਧਾਰਿਤ ਹਨ, ਮਤਲਬ ਜਿਹੜਾ ਸਭ ਕੁਛ ਇਹ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਦੀ ਕਿਰਪਾ ਹੈ। ਸੋ ਇਸ ਕਰਕੇ ਜ਼ਿਆਦਾ ਜਿਹੜੀ ਹੈ ਉਹ ਭਗਵਾਨ ਵਾਲਮੀਕ ਜੀ ਨੂੰ, ਮਹਾਰਾਜ ਜੀ ਨੂੰ ਬਹੁਤ ਵਡਿਆਈ ਦਿੱਤੀ ਜਾਂਦੀ ਹੈ। ਭਾਵੇਂ ਉਹਨਾਂ ਤੋਂ ਬਾਅਦ ਦੁਨੀਆ ਵਿੱਚ ਜਿੰਨੇ ਮਰਜ਼ੀ ਕਿਸੇ ਨੇ ਕੋਈ ਅਰਥ ਕਰ ਲਏ ਹੋਣ, ਜੋ ਕੁਛ ਵੀ ਕਰ ਲਿਆ ਹੋਵੇ, ਪਰ ਜੋ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਕਹਿ ਦਿੱਤਾ ਉਹ ਸੱਤ ਹੈ। ਕਹਿੰਦੇ ਨੇ ਵੀ ਸੀਤਾ ਦੀ ਪਵਿੱਤਰਤਾ ਦਾ ਜਿਹੜਾ ਸਭ ਤੋਂ ਵੱਡਾ ਸਬੂਤ ਹੈ, ਕਹਿੰਦੇ ਨੇ ਮੂਲ ਰਮਾਇਣ ਦੇ ਸਰਗ 96 ਸ਼ਲੋਕ 16 ਦੇ ਵਿੱਚ ਉਹ ਲਿਖਦੇ ਨੇ। ਉਹਨਾਂ ਨੇ ਕਿਹਾ ਹੈ, ਹੇ ਰਘੁਨੰਦਨ, ਹੇ ਭਗਵਾਨ, ਵੀ ਜਿਹੜੀ ਸੀਤਾ ਮਾਤਾ ਦੀ ਪਵਿੱਤਰਤਾ ਜਿਹੜੀ ਹੈ ਉਹ ਵੱਡਾ ਸਬੂਤ ਉਹਨਾਂ ਨੇ ਉਸ ਵਿੱਚ ਲਿਖਿਆ ਹੋਇਆ। ਕਹਿੰਦੇ ਇੱਕ ਬਹੁਤ ਮਹਾਨ ਖੋਜਕਾਰ ਮੰਡਲ ਮਿਸ਼ਨ ਲਿਖਦਾ ਕਿ ਭਗਵਾਨ ਵਾਲਮੀਕ ਜੀ ਬਹੁਤ ਚੋਟੀ ਦੇ ਵਿਦਵਾਨ ਸੀ, ਨਿਰਪੱਖ ਕਵੀ ਸੀ। ਅਤੇ ਉਹਨਾਂ ਨੇ ਜਿੱਥੇ ਰਾਮਚੰਦਰ ਜੀ ਦੀ ਪ੍ਰਸ਼ੰਸਾ ਕੀਤੀ ਹੈ, ਜੇ ਕੋਈ ਗੁਣ ਉਹਨੂੰ ਦੂਜੇ ਦੁਸ਼ਮਣਾਂ ਵਿੱਚ ਵੀ ਦਿਸਿਆ ਉਹਨਾਂ ਨੇ, ਤੇ ਰਾਵਣ ਦੀ ਵੀ ਪ੍ਰਸ਼ੰਸਾ ਕੀਤੀ ਹੈ। ਅਤੇ ਉਹਨਾਂ ਦੀ ਸਿਫਤ ਕਰਦਿਆਂ ਹੋਇਆਂ ਬਹੁਤ ਵੱਡੇ ਵੱਡੇ ਵਿਦਵਾਨਾਂ ਨੇ ਲਿਖਿਆ। ਕਹਿੰਦੇ ਡਾਕਟਰ ਓਮ ਪ੍ਰਕਾਸ਼ ਆਨੰਦ ਵੀ ਭਗਵਾਨ ਵਾਲਮੀਕ ਜੀ ਦੀ ਉਸਤਤ ਵਿੱਚ ਬਹੁਤ ਕੁਝ ਲਿਖਦੇ ਹਨ ਵੀ ਉਹਨਾਂ ਨੇ ਜੋ ਕੁਝ ਵੀ ਰਚਿਆ ਬਹੁਤ ਸੁੰਦਰ, ਬਹੁਤ ਜ਼ਿਆਦਾ, ਬਹੁਤ ਪ੍ਰਸ਼ੰਸਕ, ਹਰ ਇੱਕ ਦੇ ਚਰਿੱਤਰ ਬਾਰੇ, ਹਰ ਇੱਕ ਦੇ ਜੀਵਨ ਬਾਰੇ ਜਿਹੜੇ ਵੀ ਰਮਾਇਣ ਦੇ ਵਿੱਚ ਆਏ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਉਹਨਾਂ ਨੇ ਬਹੁਤ ਸੋਚ ਸਮਝ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਲਿਖਿਆ। ਅਤੇ ਉਹਨਾਂ ਨੇ ਲਿਖਿਆ ਵੀ ਰਾਮਚੰਦਰ ਜੀ ਅਤੇ ਰਾਵਣ ਦਾ ਜਿਹੜਾ ਯੁੱਧ ਸੀ ਉਹ 84 ਦਿਨ ਚੱਲਿਆ ਸੀ, ਅਤੇ 8 ਦਿਨ ਲਗਾਤਾਰ ਸਿਰਫ ਰਾਵਣ ਨਾਲ ਯੁੱਧ ਕੀਤਾ ਉਹਨਾਂ ਨੇ। 8 ਦਿਨ ਕੇਵਲ ਰਾਵਣ ਨਾਲ ਯੁੱਧ ਕੀਤਾ ਅਤੇ ਉਹਦਾ ਵੱਧ ਕੀਤਾ, ਅਤੇ 10ਵੀਂ ਵਾਲੇ ਦਿਨ ਜਿਹੜਾ ਰਾਵਣ ਮਾਰਿਆ ਗਿਆ ਅਤੇ ਯੁੱਧ ਖਤਮ ਹੋਇਆ। ਇਹ ਤਰੀਕ ਵੀ ਜਿਹੜੀ ਕਹਿੰਦੀ ਹੈ ਵੀ ਉੱਥੇ ਮਿਲਦੀ ਹੈ ਸ਼੍ਰੀ ਰਾਮਚੰਦਰ ਜੀ ਨੂੰ ਦਾ 20 ਦਿਨ ਦਾ ਬਨਵਾਸ ਰਹਿੰਦਾ ਸੀ। ਜਦੋਂ ਉਹਨਾਂ ਨੇ ਰਾਵਣ ਨੂੰ ਮਾਰਿਆ ਸੀ, 20 ਦਿਨ ਤੋਂ ਬਾਅਦ ਕਹਿੰਦੇ ਉਹ ਅਯੁੱਧਿਆ ਵਾਪਸ ਆਏ ਸੀ, ਅਤੇ ਫਿਰ 20 ਦਿਨ ਤੋਂ ਬਾਅਦ ਦੀਵਾਲੀ ਸੀ। ਦੁਸਹਿਰੇ ਦੇ 20 ਦਿਨ ਬਾਅਦ ਦੀਵਾਲੀ ਹੁੰਦੀ ਹੈ। ਇਹ ਸਾਰਾ ਕੁਝ ਜਿਹੜੀ ਚੀਜ਼ ਹੈ ਨਾ 20 ਦਿਨ ਬਾਅਦ ਇਹ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਦੇ ਉਸ ਇਤਿਹਾਸ ਤੋਂ ਹੀ ਮਿਲਦੀ ਹੈ, ਉੱਥੋਂ ਹੀ ਮਿਲਦੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ। ਸੋ ਇਸ ਕਰਕੇ ਬਹੁਤ ਕੁਝ ਉਹਨਾਂ ਦੇ ਬਾਰੇ ਲਿਖਿਆ ਵਿਦਵਾਨਾਂ ਨੇ। ਇਸ ਕਰਕੇ ਸਮਾਂ ਹੋ ਗਿਆ, ਅਸੀਂ ਜਿੰਨੀ ਵੀ ਸਿਫਤ ਕਰਦੇ ਹਾਂ ਕਿਸੇ ਵੀ ਸੰਤ ਮਹਾਂਪੁਰਖ ਦੀ ਉਹ ਥੋੜ੍ਹੀ ਹੈ। ਉਹਨਾਂ ਦੇ ਜਨਮ ਬਾਰੇ ਵੀ ਵਿੱਚ ਲਿਖਿਆ, ਕਹਿੰਦੇ ਉੱਤਰਕਾਂਡ ਸਰਗ 19 ਸ਼ਲੋਕ 26 ਵਿੱਚ ਲਿਖਿਆ, ਪ੍ਰਚੇਤ ਸੋਹੰ ਦਸਮ ਪੁੱਤਰੋ ਰਾਧਵ ਨੰਦਨ ਨਾ ਸਿਮਨ ਯਤਰੰਗ ਵਾਕ ਮਮੰਤ ਤਵ ਪੁੱਤਰ ਕੋ। ਕਹਿੰਦੇ ਭਾਵ ਮੈਂ ਪ੍ਰਚੇਤਾ ਦਾ 10ਵਾਂ ਪੁੱਤਰ ਹਾਂ। ਇਸ ਤੋਂ ਸ਼ਲੋਕ ਤੋਂ ਸਿੱਧ ਹੁੰਦਾ ਹੈ ਵੀ ਉਹ ਪ੍ਰਚੇਤਾ ਰਾਜੂ ਵਰਨੂ ਜੀ ਦੇ 10ਵੇਂ ਪੁੱਤਰ ਸਨ। ਇਸ ਬਾਰੇ ਕਵੀ ਕਾਲੀਦਾਸ ਸ਼ਕੁੰਤਲਾ ਨਾਟਕ ਦੇ ਸਰਗ 3 ਸ਼ਲੋਕ 2 ਵਿੱਚ ਵੀ ਲਿਖਿਆ ਹੋਇਆ, ਪ੍ਰਚੇਤਸ ਅਪਤਸਮ ਪ੍ਰਚੇਤਾ ਵਰਨੂ, ਭਾਵ ਪ੍ਰਚੇਤਾ ਦਾ ਦੂਜਾ ਨਾਮ ਵਰਨੂ ਸੀ ਅਤੇ ਉਸ ਦੀ ਰਾਜਧਾਨੀ ਮੁਲਤਾਨ ਸੀ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸਤਸੰਗਤ ਜੀ ਇੱਕ ਪੰਕਤੀ ਆਉਂਦੀ ਹੈ, ਇਹ ਕਹਿੰਦੇ ਰੇ ਚਿਤ ਚੇਤ ਅਚੇਤਾ ਕਾਹੇ ਨਾ ਬਾਲ ਮੀਕਹਿ ਦੇਖ, ਕਿਸ ਜਾਤੀ ਤੇ ਕਹਿ ਪਦੈ ਅਮਰਿਓ ਰਾਮ ਭਗਤ ਵਸੇਕ। ਬਾਣੀ ਭਗਤ ਰਵਿਦਾਸ ਜੀ ਕੀ।
ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਲਿਖਿਆ, ਰੇ ਚਿਤ ਚੇਤ ਅਚੇਤਾ ਕਾਹੇ ਨਾ ਬਲ ਮਿਕਹਿ ਦੇਖ, ਕਿਸ ਜਾਤੀ ਤੇ ਕਹਿ ਪਦੈ ਅਮਰਿਓ ਰਾਮ ਭਗਤ ਵਸੇਕ। ਸੋ ਇਸ ਕਰਕੇ ਉਹ ਨਿਆਂਕਾਰੀ ਸੀ, ਸਤਿਪੁਰਖ ਸੀ, ਇਸ ਕਰਕੇ ਉਹਨਾਂ ਨੂੰ ਅੱਜ ਦੁਨੀਆ ਯਾਦ ਕਰਦੀ ਹੈ। ਸੋ ਉਹਨਾਂ ਨੂੰ ਦੁਨੀਆ ਨਮਸਕਾਰ ਕਰਦੀ ਹੈ। ਜਿਹੜਾ ਸੱਚ ਨੂੰ ਦਿਖਾਉਂਦਾ ਹੈ, ਸੱਚ ਦਾ ਰਾਹ ਦਿਖਾਉਂਦਾ ਹੈ, ਉਹਨੂੰ ਯਾਦ ਵੀ ਕਰਨਾ ਚਾਹੀਦਾ ਹੈ। ਸੋ ਭਗਵਾਨ ਵਾਲਮੀਕ ਮਹਾਰਾਜ ਜੀ, ਉਹਨਾਂ ਨੂੰ ਵੀ ਅਸੀਂ ਬੜੇ ਪ੍ਰੇਮ ਸ਼ਰਧਾ ਨਾਲ ਯਾਦ ਕਰਦੇ ਹਾਂ, ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਅਤੇ ਅਸੀਂ ਵੀ ਉਹਨਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੁੰਦੇ ਹਾਂ। ਖੁਸ਼ੀ ਵਿੱਚ ਸ਼ਾਮਲ ਹੋਣਾ, ਉਹਨਾਂ ਨੂੰ ਯਾਦ ਕਰਨਾ, ਉਹਨਾਂ ਦੀ ਰਿਸਪੈਕਟ ਕਰਨੀ, ਇਹ ਹੁੰਦਾ ਖੁਸ਼ੀਆਂ ਨੂੰ ਸਾਂਝੀਆਂ ਕਰਨਾ। ਹੋਰ ਇਹ ਨਾ ਕੋਈ ਸਮਝ ਲੈ ਵੀ ਅਸੀਂ ਕੋਈ ਡੀਜਿਆਂ 'ਤੇ ਭੰਗੜੇ ਪਾਉਣੇ ਨੂੰ ਖੁਸ਼ੀ ਸਾਂਝੀ ਕਹਿੰਦੇ ਹਾਂ। ਅਸੀਂ ਹੁਣ ਗੁਰੂ ਨਾਨਕ ਮਹਾਰਾਜ ਦੀ ਸਿਫਤ ਕਰਦੇ ਹਾਂ ਨਾ, ਅਤੇ ਇਹਦਾ ਮਤਲਬ ਖੁਸ਼ੀ ਸਾਂਝੀ ਹੋ ਗਈ, ਬਸ ਇਹੀ ਹੈ। ਸੋ ਗੁਰੂ ਮਹਾਰਾਜ ਜੀ ਮਿਹਰ ਕਰਨ, ਸਰਬੱਤ ਦੀ ਹਾਜ਼ਰੀ ਪ੍ਰਵਾਨ ਕਰਨ, ਸ਼ੁਭ ਭਾਵਨਾ ਪੂਰੀਆਂ ਕਰਨ। ਸੋ ਆਪ ਜੀ ਨੂੰ ਬੇਨਤੀ ਹੈ, ਗੁਰੂ ਨਾਨਕ ਮਹਾਰਾਜ ਜੀ ਦਾ ਗੁਰਪੁਰਬ ਆ ਰਿਹਾ 19 ਨਵੰਬਰ ਦਾ, ਅਤੇ ਪ੍ਰਭਾਤ ਫੇਰੀਆਂ ਦੀ ਆਰੰਭਤਾ 30 ਤਰੀਕ ਤੋਂ ਹੋ ਰਹੀ ਹੈ, ਇਸ ਮਹੀਨੇ ਦੀ 30 ਅਕਤੂਬਰ ਤੋਂ। ਸੋ ਜਿਨ੍ਹਾਂ ਨੇ ਸੇਵਾ ਲੈਣੀ ਹੈ ਉਹ ਆਪਣਾ ਨਾਮ ਜ਼ਰੂਰ ਲਿਖਵਾ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।